ਹੈਲੋ ਗਾਇਸ, ਵੈਲਕਮ ਟੂ ਕਰੀਅਰ ਐਜ। ਰਾਜੀ ਅੱਜ ਆਪਾਂ MCQ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਸਪੈਸੀਫਿਕਲੀ ਪੀਟੈਟ ਵਾਸਤੇ। ਠੀਕ ਹੈ ਜੀ। ਤਾਂ ਪੀਟੈਟ ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਪੁੱਛ ਚੁੱਕੇ ਨੇਗੇ ਐਗਜ਼ਾਮੀਨੇਸ਼ਨ ਦੇ ਵਿੱਚ, ਜਿਹੜੇ ਆਲਰੇਡੀ ਆ ਚੁੱਕੇ ਨੇ, ਉਹਨਾਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਆਪਾਂ ਇਸ ਸੀਰੀਜ਼ ਵਿੱਚ ਡਿਸਕਸ ਕਰਾਂਗੇ। ਐਟਲੀਸਟ 5 ਲੈਕਚਰਸ ਦੀ ਆਪਣੀ ਸੀਰੀਜ਼ ਹੋਏਗੀ, ਜਿਹਦੇ ਵਿੱਚ ਕਿ ਆਪਾਂ ਮੋਸਟਲੀ ਜਿਹੜੇ ਜੀਕੇ ਦੇ ਵਿੱਚੋਂ ਬੇਸਿਕਲੀ, ਠੀਕ ਹੈ, ਜੀਕੇ ਦੇ ਵਿੱਚੋਂ ਜਿਹੜਾ ਪੀਟੈਟ ਵਾਲਾ ਪੋਰਸ਼ਨ ਹੈ ਉਹਦੇ ਵਿੱਚ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਆ ਚੁੱਕੇ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਹੋਏਗਾ ਜੀ ਪੀਟੈਟ ਦਾ ਜਿਹੜਾ ਸਿਲੇਬਸ ਹੈ, ਇਨਵਾਇਰਮੈਂਟਲ ਸਟੱਡੀਜ਼ ਹੋ ਗਿਆ, ਉਹਦੇ ਵਿੱਚ ਸੋਸ਼ਲ ਸਾਇੰਸਿਸ ਹੋ ਗਿਆ, ਠੀਕ ਹੈ, ਸਾਇੰਸ ਹੋ ਗਿਆ, ਆਪਣਾ ਜਨਰਲ ਸਾਇੰਸ ਹੋ ਗਈ। ਤਾਂ ਇਹ ਕੁਝ ਟੌਪਿਕਸ ਨੇ ਜਿਹੜੇ ਕਿ ਪੀਟੈਟ ਦੇ ਵਿੱਚ ਪੁੱਛੇ ਜਾਂਦੇ ਨੇ ਫਰੋਮ ਜੀਕੇ ਪੋਰਸ਼ਨ। ਤਾਂ ਇਸ ਲੈਕਚਰ ਸੀਰੀਜ਼, ਇਸ MCQ ਸੀਰੀਜ਼ ਦੇ ਵਿੱਚ ਆਪਾਂ ਇੰਨਾ ਹੀ ਪੋਰਸ਼ਨ ਦੇ ਉੱਪਰ ਫੋਕਸ ਕਰਾਂਗੇ। ਠੀਕ ਹੈ ਜੀ। ਤਾਂ ਫਰਸਟ ਕੁਐਸਚਨ ਹੈ ਰਾਜੇ ਇਨਵਾਇਰਮੈਂਟਲ ਸਟੱਡੀਜ਼ ਦੇ ਵਿੱਚੋਂ, ਡਾਚੀਗਮ ਨੈਸ਼ਨਲ ਪਾਰਕ ਇਜ਼ ਇਨ ਵਿਚ ਸਟੇਟ। ਇਹ ਜਿਹੜੇ ਨੈਸ਼ਨਲ ਪਾਰਕਸ ਵਾਲੇ ਕੁਐਸਚਨ ਹੈ ਰਾਜੇ ਬਹੁਤ ਇੰਪੋਰਟੈਂਟ ਨੇ। ਵੈਸੇ ਤਾਂ ਦੇਖੋ 500 ਤੋਂ ਜ਼ਿਆਦਾ ਸਾਡੀਆਂ ਇਹੋ ਜਿਹੇ ਏਰੀਆਜ਼ ਨੇ, ਜਿਵੇਂ ਨੈਸ਼ਨਲ ਪਾਰਕਸ, ਟਾਈਗਰ ਰਿਜ਼ਰਵਸ, ਵਾਈਲਡ ਲਾਈਫ ਸੈਂਚੁਰੀਜ਼, ਹੈ ਨਾ, ਬਾਇਓਸਫੀਅਰ ਰਿਜ਼ਰਵਸ, 500 ਤੋਂ ਜ਼ਿਆਦਾ ਸਾਈਟਸ ਨੇਗੀਆਂ। ਬਟ ਅਸੀਂ ਸਾਰੀਆਂ ਨਹੀਂ ਯਾਦ ਕਰਨੀਆਂ, ਓਬਵੀਅਸ ਜੀ ਗੱਲ ਹੈ। ਕੁਝ ਇੰਪੋਰਟੈਂਟ ਯਾਦ ਕਰਨੀਆਂ ਨੇ। ਜੇ ਮੈਂ ਗੱਲ ਕਰਾਂ ਬੱਚੇ ਟਾਈਗਰ ਰਿਜ਼ਰਵਸ ਦੀ, ਤਾਂ ਆਲਮੋਸਟ 51 ਆਪਣੇ ਟਾਈਗਰ ਰਿਜ਼ਰਵਸ ਨੇਗੇ। ਤਾਂ ਇਹ ਸਾਰੇ ਯਾਦ ਕਰਨੇ ਨੇ, ਬਿਲਕੁਲ ਯਾਦ ਕਰਨੇ ਨੇ। ਠੀਕ ਹੈ। ਔਰ ਟਾਈਗਰ ਰਿਜ਼ਰਵਸ ਨੂੰ ਯਾਦ ਕਰਨ ਦੀ ਟ੍ਰਿਕ ਰਾਜੇ ਮੈਂ ਆਲਰੇਡੀ ਇਸ ਪਲੈਟਫਾਰਮ 'ਤੇ ਡਿਸਕਸ ਕਰ ਚੁੱਕਿਆ। ਠੀਕ ਹੈ। ਵੀਡੀਓ ਆਲਰੇਡੀ ਇਸ ਪਲੈਟਫਾਰਮ 'ਤੇ ਪਈ ਹੈ, ਚੈਨਲ ਦੇ ਉੱਪਰ ਪਈ ਹੈ, ਕਰੀਅਰ ਰਾਜ ਦੇ ਪਲੈਟਫਾਰਮ 'ਤੇ। ਤਾਂ ਤੁਸੀਂ ਉਹ ਵੀਡੀਓ ਸਰਚ ਕਰੋ ਰਾਜੇ, ਟਾਈਗਰ ਰਿਜ਼ਰਵਸ ਵਿਦ ਟ੍ਰਿਕਸ। ਠੀਕ ਹੈ, ਕਿਵੇਂ ਯਾਦ ਕਰਨਾ ਹੈ। ਤਾਂ 51 ਦੇ 51 ਤੁਸੀਂ ਕਦੇ ਵੀ ਨਹੀਂ ਭੁੱਲੋਗੇ। ਆਪਾਂ ਨੇ ਵਧੀਆ ਟ੍ਰਿਕਸ ਨਾਲ ਯਾਦ ਕੀਤੇ ਹੋਏ ਨੇ ਟਾਈਗਰ ਰਿਜ਼ਰਵ, ਤੁਸੀਂ ਉਹ ਵੀ ਵੀਡੀਓ ਜ਼ਰੂਰ ਦੇਖ ਲੈਣੀ। ਚਲੋ ਮੂਵ ਔਨ ਕਰਦੇ ਕੁਐਸਚਨ 'ਤੇ। ਡਾਚੀਗਮ ਨੈਸ਼ਨਲ ਪਾਰਕ ਕਿਹੜੀ ਸਟੇਟ ਦੇ ਵਿੱਚ ਹੈ ਰਾਜੇ? ਤਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਹੈ ਜੀ। ਠੀਕ ਹੈ। ਜਿਹੜਾ ਸਾਡਾ ਅਨਡਿਵਾਈਡਡ ਜੰਮੂ ਕਸ਼ਮੀਰ ਹੈ, ਉਹਦੇ ਵਿੱਚ ਸਾਡਾ ਇਹ ਡਾਚੀਗਮ ਨੈਸ਼ਨਲ ਪਾਰਕ ਹੈਗਾ। ਠੀਕ ਹੈ ਜੀ, ਇੰਪੋਰਟੈਂਟ ਹੈ ਜੀ। ਔਰ ਇਸੇ ਰੀਜਨ ਦੇ ਵਿੱਚ ਰਾਜੇ ਆਪਣਾ ਹੇਮਿਸ ਨੈਸ਼ਨਲ ਪਾਰਕ ਵੀ ਹੈਗਾ। ਠੀਕ ਹੈ। ਪੋਸੀਬਲੀ ਹੁਣੇ ਲਦਾਖ ਰੀਜਨ ਦੇ ਵਿੱਚ ਆਪਾਂ ਗਿਣਾਂਗੇ ਇਹਨੂੰ। ਠੀਕ ਹੈ। ਬਟ ਸਟਿਲ ਡਾਚੀਗਮ ਅਤੇ ਹੈਮਿਸ ਆਪਾਂ ਇਸੇ ਰੀਜਨ ਦੇ ਵਿੱਚ ਦੇਖ ਰਹੇ ਆਪਾਂ। ਈਵਨ ਰਾਜੇ ਗ੍ਰੇਟ ਹਿਮਾਲਯਨ ਨੈਸ਼ਨਲ ਪਾਰਕ, ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਕਿੱਥੇ ਹੈਗਾ ਜੀ? ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਗਿਆ। ਠੀਕ ਹੈ। ਚਲੋ, ਤਾਂ ਇੰਪੋਰਟੈਂਟ ਕਰਨੇ ਨੇ, ਜ਼ਿਆਦਾ ਨਹੀਂ ਕਰਨੇ ਹੈਗੇ। ਠੀਕ ਹੈ। ਜਿਹੜੇ ਟਾਈਗਰ ਰਿਜ਼ਰਵਸ ਨੇ ਰਾਜੇ, ਜਿਹੜੇ 50+ ਨੇਗੇ, ਉਹ ਸਾਰੇ ਇੰਪੋਰਟੈਂਟ ਨੇ। ਇਹ ਸਾਰੇ ਯਾਦ ਕਰਨੇ ਨੇ ਕਿਹੜੀ ਸਟੇਟ ਦੇ ਵਿੱਚ ਹੈਗਾ। ਠੀਕ ਹੈ। ਮੈਕਸਿਮਮ ਟਾਈਗਰ ਰਿਜ਼ਰਵ ਨੈਸ਼ਨਲ ਪਾਰਕ ਰਾਜੇ ਕੋਇਨਸਾਈਡ ਕਰਦੇ ਹੁੰਦੇ ਨੇ। ਟਾਈਗਰ ਰਿਜ਼ਰਵ ਵੀ ਹੁੰਦਾ ਉਹ ਚੀਜ਼, ਅਤੇ ਉਹੀ ਸਾਈਟ ਨੈਸ਼ਨਲ ਪਾਰਕ ਵੀ ਹੁੰਦੀ ਹੈਗੀ। ਠੀਕ ਹੈ ਜੀ। ਚਲੋ, ਜਿਵੇਂ ਗੱਲ ਕਰਾਂ ਮੈਂ ਮਾਨਸ ਦੀ ਰਾਜੇ, ਅਸਮ ਦੇ ਵਿੱਚ ਮਾਨਸ, ਔਰਾਂਗ, ਹੈ ਨਾ, ਨਮੇਰੀ, ਕਾਜ਼ੀਰੰਗਾ, ਇਹ ਸਾਰੇ ਰਾਜੇ ਟਾਈਗਰ ਰਿਜ਼ਰਵਸ ਵੀ ਹੈਗੇ ਨੇ। ਠੀਕ ਹੈ। ਨੈਸ਼ਨਲ ਪਾਰਕ ਵੀ ਨੇ ਔਰ ਟਾਈਗਰ ਰਿਜ਼ਰਵਸ ਵੀ ਨੇ। ਤਾਂ ਯਾਦ ਕਰਨਾ ਸੌਖਾ ਹੋ ਜਾਂਦਾ। ਤਾਂ ਅਗਰ ਆਪਾਂ ਇਕੱਲੇ ਟਾਈਗਰ ਰਿਜ਼ਰਵਸ ਵੀ ਯਾਦ ਕਰ ਲਈਏ ਤਾਂ ਆਪਣਾ ਕਾਫੀ ਪੋਰਸ਼ਨ ਇਹ ਕਵਰ ਹੋ ਜਾਂਦੇ ਨੇ। ਠੀਕ ਹੈ ਜੀ। ਚਲੋ ਮੂਵ ਔਨ ਕਰਦੇ ਹਾਂ। ਮੈਂ ਅਗੇਨ ਦੱਸਦਾ ਰਾਜੇ, ਆਪਾਂ ਪੀਟੈਟ ਦੇ ਪ੍ਰੀਵੀਅਸ ਈਅਰ ਕੁਐਸਚਨ ਸੋਲਵ ਕਰ ਰਹੇ ਹਾਂ ਆਪਾਂ। ਵਿਚ ਦ ਫੋਲੋਇੰਗ ਇਜ਼ ਬਾਇਓਡੀਗ੍ਰੇਡੇਬਲ ਵੇਸਟ। ਬਾਇਓਡੀਗ੍ਰੇਡੇਬਲ, ਬਾਇਓ ਮਤਲਬ ਦੇਖੋ, ਮਤਲਬ ਬਾਇਓਲੋਜੀ ਤੋਂ ਮੈਟਰ ਕਰਦਾ। ਡੀਗ੍ਰੇਡੇਬਲ ਜਿਹੜਾ ਕਿ ਮਤਲਬ ਟੁੱਟ ਸਕਦਾ, ਡੀਗ੍ਰੇਡ ਹੋ ਸਕਦਾ ਹੈਗਾ, ਟੁਕੜਿਆਂ ਦੇ ਵਿੱਚ ਤੋੜ ਸਕਦੇ ਆਪਾਂ। ਠੀਕ ਹੈ। ਤਾਂ ਨੇਚਰ, ਜਿਹੜੀ ਬਾਇਓਲੋਜੀ ਹੈ, ਨੇਚਰ ਹੈ, ਉਹ ਆਪਣੇ ਆਪ ਕਿਸੇ ਚੀਜ਼ ਨੂੰ ਟੁਕੜਿਆਂ ਦੇ ਵਿੱਚ ਤੋੜ ਸਕਦੀ ਹੈ, ਕਿਹਨੂੰ। ਠੀਕ ਹੈ। ਕਿ ਪਲਾਸਟਿਕ ਰਾਜੇ ਜਦੋਂ ਮਿੱਟੀ ਦੇ ਵਿੱਚ ਦਬੀ ਹੁੰਦੀ ਹੈ, ਕਿ ਪਲਾਸਟਿਕ ਆਪਣੇ ਆਪ ਖਤਮ ਹੋ ਜਾਂਦੀ ਹੈ? ਨਹੀਂ, ਪਲਾਸਟਿਕ ਉੱਥੇ ਹੀ ਪਈ ਰਹਿੰਦੀ ਹੈ। ਪੋਲੀਥੀਨ, ਲਿਫਾਫਾ ਉੱਥੇ ਹੀ ਪਿਆ ਰਹਿੰਦਾ ਹੈ, ਗਲਾਸ ਵੀ ਉੱਥੇ ਹੀ ਪਿਆ ਰਹਿੰਦਾ ਹੈ। ਤਾਂ ਇਹਨਾਂ ਦੇ ਵਿੱਚੋਂ ਰਾਜੇ ਕੋਈ ਵੀ ਐਸੀ ਚੀਜ਼ ਹੈ ਨਹੀਂ ਵਿਚ ਦ ਫੋਲੋਇੰਗ ਇਜ਼ ਅ ਬਾਇਓਡੀਗ੍ਰੇਡੇਬਲ ਵੇਸਟ। ਜਿਵੇਂ ਰਾਜੇ ਆਪਣੀਆਂ ਫਰੂਟਸ ਐਂਡ ਵੈਜੀਟੇਬਲਸ ਨੇਗੇ, ਅਗਰ ਫਰੂਟਸ ਐਂਡ ਵੈਜੀਟੇਬਲਸ ਜ਼ਮੀਨ ਦੇ ਵਿੱਚ ਹੋਏ ਜਾਂ ਉਹਨਾਂ ਦੇ ਪੱਤੇ ਹੋਏ ਤਾਂ ਉਹ ਸੜ ਜਾਣਗੇ। ਠੀਕ ਹੈ। ਬਾਇਓਡੀਗ੍ਰੇਡ ਹੋ ਜਾਣਗੇ ਆਪਣੇ ਆਪ। ਬਟ ਇਹ ਜਿਹੜੇ ਮਟੀਰੀਅਲਸ ਨੇ, ਕੈਮੀਕਲਸ ਨੇ, ਜਾਂ ਆਪਣੇ ਹਿਊਮਨ ਮੇਡ ਨੇਗੇ, ਜਿਹੜੇ ਮੈਨ ਮੇਡ ਆਪਣੇ ਸਬਸਟੈਂਸਿਸ ਨੇ, ਇਹ ਜਿਹੜੇ ਹੈਗੇ ਨੇ ਬਾਇਓਡੀਗ੍ਰੇਡੇਬਲ ਨਹੀਂ ਹੈਗੇ। ਤਾਂ ਆਪਣਾ ਆਨਸਰ ਆਏਗਾ ਜੀ ਨਨ ਆਫ ਦਿਸ। ਠੀਕ ਹੈ। ਚਲੋ, ਅਗੇਨ ਇਨਵਾਇਰਮੈਂਟਲ ਸਟੱਡੀਜ਼ ਤੋਂ ਕੁਐਸਚਨ ਹੈ, ਹੂ ਸਟਾਰਟਡ ਚਿਪਕੋ ਮੂਵਮੈਂਟ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ। ਪਹਿਲਾਂ ਆ ਚੁੱਕਿਆ, ਇਸ ਕਰਕੇ ਵੀ ਇੰਪੋਰਟੈਂਟ ਹੈ, ਔਰ ਇੰਪੋਰਟੈਂਟ ਇਸ ਕਰਕੇ ਕਿ ਕਰੰਟ ਅਫੇਅਰ ਦੇ ਵਿੱਚ ਹੈ। ਦੱਸਦਾ ਕਿਵੇਂ। ਤਾਂ ਤੁਸੀਂ ਪਹਿਲਾਂ ਸੋਚਣ ਦੀ ਕੋਸ਼ਿਸ਼ ਕਰੋ, ਕਿਹਨੇ ਸਟਾਰਟ ਕੀਤੀ ਸੀ। ਠੀਕ ਹੈ ਜੀ। ਤੇਰਾ ਆਨਸਰ ਆਏਗਾ ਰਾਜੇ ਸੁੰਦਰ ਲਾਲ ਬਹੁਗੁਣਾ ਸਾਹਿਬ। ਸਾਡੇ ਬਹੁਤ ਹੀ ਇੰਪੋਰਟੈਂਟ ਇਨਵਾਇਰਮੈਂਟਲਿਸਟ ਰਹੇ ਨੇਗੇ। ਤੁਸੀਂ ਬੁੱਕਸ ਦੇ ਵਿੱਚ ਪੜ੍ਹਦੇ ਰਹੇ ਹੋ, ਥੋੜ੍ਹੀਆਂ ਇਨਵਾਇਰਮੈਂਟਲਿਸਟ EVS ਦੀਆਂ ਬੁੱਕਸ ਹੁੰਦੀਆਂ ਸੀਗੀਆਂ ਸਕੂਲ ਟਾਈਮ ਦੇ ਵਿੱਚ, ਉਹਨਾਂ ਦੇ ਵਿੱਚ ਸੁੰਦਰ ਲਾਲ ਬਹੁਗੁਣਾ ਦਾ ਨਾਮ ਤੁਸੀਂ ਅਕਸਰ ਹੀ ਪੜ੍ਹਿਆ ਹੋਣਾ। ਠੀਕ ਹੈ। ਅਤੇ ਇੰਪੋਰਟੈਂਟ ਇਸ ਕਰਕੇ ਕਿ ਰੀਸੈਂਟਲੀ ਇਹਨਾਂ ਦੀ ਡੈਥ ਹੋਈ ਹੈਗੀ। ਠੀਕ ਹੈ। ਮਈ ਦੇ ਵਿੱਚ ਇਹਨਾਂ ਦੀ ਡੈਥ ਹੋਈ ਹੈ। ਇਹ ਸਾਡੇ ਸੁੰਦਰ ਲਾਲ ਬਹੁਗੁਣਾ ਸਾਹਿਬ ਨੇਗੇ। ਬਹੁਤ ਅੱਛੇ, ਮਤਲਬ ਬਹੁਤ ਹੀ ਰਿਨੌਨਡ ਮੈਂ ਕਹਾਂਗਾ ਇਨਵਾਇਰਮੈਂਟਲਿਸਟ ਨੇ। 21 ਮਈ ਨੂੰ ਇਹਨਾਂ ਦੀ ਡੈਥ ਹੋਈ ਹੈ ਰਾਜੇ, ਇਸ ਕਰਕੇ ਕਰੰਟ ਅਫੇਅਰ ਦੇ ਵਿੱਚ ਸੀਗੀ ਇਹ ਫਿਗਰ। ਅਤੇ ਇੰਪੋਰਟੈਂਟ ਹੈ ਕਿ ਇਹਨਾਂ ਨੇ ਚਿਪਕੋ ਮੂਵਮੈਂਟ ਜਿਹੜੀ ਸਟਾਰਟ ਕੀਤੀ ਸੀ, ਕਦੋਂ ਹੋਈ ਸੀ ਰਾਜੇ? ਇਹ 1973 ਦੇ ਵਿੱਚ। ਤੁਹਾਨੂੰ ਥੋੜ੍ਹਾ ਜਿਹਾ ਬਰੀਫ ਜਿਹਾ ਪਤਾ ਹੀ ਹੋਣਾ ਚਿਪਕੋ ਮੂਵਮੈਂਟ ਦਾ, ਕਿ ਜਿਹੜੀ ਡੀਫੋਰੈਸਟੇਸ਼ਨ ਦੀ ਡਰਾਈਵ ਸੀਗੀ, ਉਹਨੂੰ ਕੰਟਰੋਲ ਕੀਤਾ ਸੀ, ਉਹਨੂੰ ਰੋਕਿਆ ਸੀ। ਕਿਵੇਂ? ਹੱਗ ਕਰਕੇ। ਠੀਕ ਹੈ। ਟਰੀਜ਼ ਨੂੰ ਹੱਗ ਕੀਤਾ ਸੀ। ਚਿਪਕਣਾ ਮਤਲਬ ਟਰੀਜ਼ ਨੂੰ ਚਿਪਕ ਗਏ ਸੀਗੇ, ਕਿ ਟਰੀਜ਼ ਨੂੰ ਕੱਟਣ ਨਹੀਂ ਦਿੱਤਾ ਹੈਗਾ ਸਰਕਾਰ ਨੂੰ। ਠੀਕ ਹੈ ਜੀ। ਇਹ ਚੀਜ਼ ਸੀਗੀ। ਔਰ ਇਸੇ ਚੀਜ਼ ਤੋਂ ਇੰਸਪਾਇਰ ਹੋ ਕੇ ਰਾਜੇ ਉਸ ਤੋਂ 10 ਸਾਲਾਂ ਬਾਅਦ 1983 ਦੇ ਵਿੱਚ ਕਰਨਾਟਕ ਦੇ ਵਿੱਚ ਇਹ ਜਿਹੜੀ ਚਿਪਕੋ ਮੂਵਮੈਂਟ ਸੀ, ਇਹ ਤਾਂ ਕਿੱਥੇ ਸੀ ਰਾਜੇ? ਉੱਤਰਾਖੰਡ ਦੇ ਵਿੱਚ, ਉੱਤਰਾਂਚਲ ਦੇ ਵਿੱਚ ਸੀਗੀ।
ਜਿਹੜੀ 1983 ਦੇ ਵਿੱਚ ਇੱਕ ਹੋਰ ਮੂਵਮੈਂਟ ਸਟਾਰਟ ਹੋਈ ਕਰਨਾਟਕ ਦੇ ਵਿੱਚ, ਜਿਹਨੂੰ ਆਪਾਂ ਨਾਮ ਦਿੰਦੇ ਹਾਂ ਰਾਜੇ ਅਪੀਕੋ। ਠੀਕ ਹੈ, ਕੰਨੜ ਦੇ ਵਿੱਚ ਜਿਹੜੀ ਕਰਨਾਟਕ ਦੀ ਲੈਂਗੁਏਜ ਹੈ, ਅਪੀਕੋ ਦਾ ਮਤਲਬ ਵੀ ਹੱਗ ਕਰਨਾ ਹੀ ਹੁੰਦਾ ਇੱਕ ਤਰ੍ਹਾਂ ਦਾ। ਠੀਕ ਹੈ, ਅਪੀਕੋ ਮੂਵਮੈਂਟ, ਤਾਂ ਚਿਪਕੋ ਮੂਵਮੈਂਟ ਤੋਂ ਹੀ ਇੰਸਪਾਇਰਡ ਹੋ ਕੇ ਇਹ ਅਪੀਕੋ ਮੂਵਮੈਂਟ ਸਟਾਰਟ ਕੀਤੀ ਗਈ 10 ਸਾਲ ਬਾਅਦ, ਕਿੱਥੇ, ਕਰਨਾਟਕ ਦੇ ਵਿੱਚ। ਉਹਦੇ ਵਿੱਚ ਵੀ ਸੇਮ ਚੀਜ਼ ਸੀਗੀ ਕਿ ਡੀਫੋਰੈਸਟੇਸ਼ਨ ਨੂੰ ਰੋਕੇ ਜਾਣ ਵਾਸਤੇ ਇਹ ਅੰਦੋਲਨ ਚਲਾਇਆ ਗਿਆ ਸੀਗਾ। ਠੀਕ ਹੈ ਜੀ, ਤਾਂ ਇੰਪੋਰਟੈਂਟ ਰਾਜੇ ਦੋਨੇ ਇੰਪੋਰਟੈਂਟ ਨੇ, ਚਿਪਕੋ ਵੀ ਔਰ ਅਪੀਕੋ ਵੀ। ਠੀਕ ਹੈ ਜੀ, ਤੇ ਜਿਹੜੀ ਮੈਂ ਮੇਧਾ ਪਾਟਕਰ ਦੀ ਗੱਲ ਕਰਾਂ ਰਾਜੇ, ਇਹ ਕੌਣ ਨੇ, ਇਹ ਵੀ ਇੰਪੋਰਟੈਂਟ ਫਿਗਰ ਨੇ। ਇਹ ਅਸਲ ਦੇ ਵਿੱਚ ਨਰਮਦਾ ਬਚਾਓ ਅੰਦੋਲਨ ਦੇ ਵਿੱਚ ਕੰਸਰਨਡ ਨੇ। ਨਰਮਦਾ ਬਚਾਓ ਅੰਦੋਲਨ ਜਿਹੜਾ ਰਾਜੇ ਆਪਣਾ ਸਰਦਾਰ ਸਰੋਵਰ ਡੈਮ ਬਣਿਆ ਹੈਗਾ, ਠੀਕ ਹੈ, ਗੁਜਰਾਤ ਦੇ ਵਿੱਚ। ਤਾਂ ਉਹਦੇ ਵਿੱਚ ਜਿਹੜਾ ਡੈਮ ਬਣਿਆ ਸੀ ਰਾਜੇ, ਉਹ ਕਿਹੜੀ ਰਿਵਰ ਦੇ ਉੱਪਰ ਬਣਿਆ, ਓਬਵੀਅਸਲੀ ਨਰਮਦਾ ਦੇ ਉੱਪਰ। ਤਾਂ ਰਾਜੇ ਇਹਨਾਂ ਨੇ ਜਿਹੜਾ ਡੈਮ ਸੀ, ਹਾਲਾਂਕਿ ਇਹਦੀ ਜਿਹੜੀ ਫਾਊਂਡੇਸ਼ਨ ਸੀ ਜਵਾਹਰ ਲਾਲ ਨਹਿਰੂ ਨੇ ਰੱਖੀ ਹੋਈ ਸੀ, ਬਹੁਤ ਪੁਰਾਣਾ ਮਤਲਬ ਇਹ ਪ੍ਰੋਜੈਕਟ ਚੱਲ ਰਿਹਾ ਸੀਗਾ, ਜਿਹੜਾ ਕਿ ਹੁਣ ਰੀਸੈਂਟਲੀ ਹੀ ਪੂਰਾ ਹੋਇਆ ਹੈਗਾ। ਬਟ ਇਹਨਾਂ ਦੇ ਵਾਸਤੇ ਪ੍ਰੋਟੈਸਟ ਕਾਫੀ ਟਾਈਮ ਤੋਂ ਚੱਲਦੇ ਆ ਰਹੇ ਨੇ, ਅਤੇ ਨਰਮਦਾ ਬਚਾਓ ਅੰਦੋਲਨ ਇਸੇ ਚੀਜ਼ ਦਾ ਪ੍ਰੋਟੈਸਟ ਸੀਗਾ ਕਿ ਇਹ ਡੈਮ ਨਹੀਂ ਬਣਨਾ ਚਾਹੀਦਾ ਹੈਗਾ ਇੱਦਾਂ ਦਾ। ਠੀਕ ਹੈ, ਤਾਂ ਮੇਧਾ ਪਾਟਕਰ ਉਹਦੇ ਵਿੱਚ ਇੰਪੋਰਟੈਂਟ ਫਿਗਰ ਸੀਗੇ, ਇਹ ਵੀ ਤੁਸੀਂ ਕਰ ਲੈਣਾ। ਇੱਕ ਹੋਰ ਵੀ ਇੰਪੋਰਟੈਂਟ ਫਿਗਰ ਸੀ ਇਹਨਾਂ ਨਾਲ, ਉਹ ਕੌਣ ਸੀ, ਬਾਬਾ ਆਮਟੇ ਨਰਮਦਾ ਬਚਾਓ ਅੰਦੋਲਨ ਦੇ ਵਿੱਚ। ਠੀਕ ਹੈ ਜੀ, ਇਹ ਦੋਨੇ ਇੰਪੋਰਟੈਂਟ ਫਿਗਰ ਸੀਗੀਆਂ। ਚਲੋ, ਇਹ ਰਾਜੇ ਇਹ ਵੀ ਆਲਮੋਸਟ 1985 ਦੇ ਕਰੀਬ ਇਹ ਅੰਦੋਲਨ ਸੀਗਾ, 1985 ਦੇ ਕਰੀਬ। ਠੀਕ ਹੈ, ਤਾਂ ਡੇਟਸ ਵੀ ਥੋੜ੍ਹਾ ਯਾਦ ਹੋਣੇ ਚਾਹੀਦੇ ਨੇ, ਬਾਕੀ ਸਟਿਲ ਆਪਾਂ ਨੂੰ ਅਪੀਕੋ ਚਿਪਕੋ ਵਗੈਰਾ ਇਹ ਤਾਂ ਪਤਾ ਹੀ ਹੋਣਾ ਚਾਹੀਦਾ। ਚਲੋ, ਇਹ ਸਾਡੇ ਸੁੰਦਰ ਲਾਲ ਬਹੁਗੁਣਾ ਸਾਹਿਬ ਨੇ। ਈਵਨ ਰਾਜੇ ਕੇਜਰੀਵਾਲ ਸਾਹਿਬ ਦੀ ਰੀਸੈਂਟ ਨਿਊਜ਼ ਹੈਗੀ ਹੈ, ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਨੇ, ਕੇਜਰੀਵਾਲ ਸਾਹਿਬ ਨੇ ਇਹਨਾਂ ਵਾਸਤੇ ਭਾਰਤ ਰਤਨ ਦੀ ਮੰਗ ਕੀਤੀ ਹੈਗੀ ਕਿ ਸਾਡੇ ਇੰਨੇ ਅੱਛੇ ਇਨਵਾਇਰਮੈਂਟਲਿਸਟ ਨੇ, ਇਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈਗਾ, ਮੰਗ ਕੀਤੀ ਹੈ ਕੇਜਰੀਵਾਲ ਸਾਹਿਬ ਨੇ। ਚਲੋ, ਅਗੇਨ ਇਨਵਾਇਰਮੈਂਟਲ ਸਟੱਡੀਜ਼ ਦੇ ਵਿੱਚੋਂ, ਵੈਨ ਵਾਜ਼ ਪ੍ਰੋਜੈਕਟ ਟਾਈਗਰ ਲਾਂਚਡ। ਪ੍ਰੋਜੈਕਟ ਟਾਈਗਰ ਰਾਜੇ ਇੰਡੀਆ ਦੇ ਵਿੱਚ ਦੁਨੀਆ ਦੇ 80% ਟਾਈਗਰਸ ਪੋਪੂਲੇਸ਼ਨ ਹੈਗੀ। ਠੀਕ ਹੈ, ਤਾਂ ਕਾਫੀ ਇੰਪੋਰਟੈਂਟ ਕੰਟਰੀ ਹੈ ਇੰਡੀਆ ਅਗਰ ਆਪਾਂ ਟਾਈਗਰ ਪੋਪੂਲੇਸ਼ਨ ਦੀ ਗੱਲ ਕਰੀਏ। ਠੀਕ ਹੈ, ਦੁਨੀਆ ਦੇ 80% ਟਾਈਗਰ ਸਾਡੇ ਦੇਸ਼ ਦੇ ਵਿੱਚ ਹੀ ਨੇਗੇ। ਠੀਕ ਹੈ, ਤਾਂ ਇੰਪੋਰਟੈਂਟ ਹੈ ਸਾਡੇ ਦੇਸ਼ ਦੇ ਵਿੱਚ ਇਹਨਾਂ ਨੂੰ ਪ੍ਰੋਟੈਕਟ ਕਰਨਾ। ਠੀਕ ਹੈ, ਇਸੇ ਕਰਕੇ ਆਪਾਂ ਪ੍ਰੋਜੈਕਟ ਟਾਈਗਰ ਲੈ ਕੇ ਆਏ। ਕਿਹੜੇ ਸਾਲ ਦੇ ਵਿੱਚ ਲੈ ਕੇ ਆਏ, 1973 ਦੇ ਵਿੱਚ। ਠੀਕ ਹੈ, ਤੁਹਾਨੂੰ ਪਤਾ ਹੋਵੇਗਾ ਰਾਜੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਇਹ ਕਦੋਂ ਲੈ ਕੇ ਆਏ ਸੀ ਆਪਾਂ, 1972 ਦੇ ਵਿੱਚ। ਤਾਂ ਜਸਟ ਇਹ ਵੀ ਸਾਡਾ ਬਹੁਤ ਇੰਪੋਰਟੈਂਟ ਲਾਅ ਹੈ ਅੱਜ ਦਾ, ਜਿਹੜਾ ਕਿ ਵਾਈਲਡ ਲਾਈਫ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਾਂ ਬਣਾਇਆ ਸੀਗਾ। ਉਦੋਂ 1 ਸਾਲ ਬਾਅਦ ਹੀ ਅਸੀਂ ਪ੍ਰੋਜੈਕਟ ਟਾਈਗਰ ਵੀ ਲਾਂਚ ਕਰਤਾ ਸੀਗਾ। ਠੀਕ ਹੈ ਜੀ, ਟਾਈਗਰ ਦੀ ਕੰਜ਼ਰਵੇਸ਼ਨ ਵਾਸਤੇ। ਔਰ ਇਸ ਤੋਂ ਬਾਅਦ ਰਾਜੇ 2005-6 ਦੇ ਵਿੱਚ ਅਸੀਂ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ, ਬਲਕਿ 2006 ਹੀ ਕਹਾਂਗਾ ਮੈਂ, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਠੀਕ ਹੈ, NTCA ਬਣਾਈ ਸੀ, ਕਿ ਜਿਹੜਾ ਹੁਣ ਇਹ ਪ੍ਰੋਜੈਕਟ ਟਾਈਗਰ ਸੀ ਹੁਣ ਇਸ NTCA ਦੇ ਅੰਡਰ ਆ ਗਿਆ ਸੀਗਾ, ਕਿ ਜਿਹੜੀ ਇਹ ਵਾਲੀ ਬੋਡੀ ਹੈ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਹੁਣ ਇਹ ਵਾਲੀ ਬੋਡੀ ਪ੍ਰੋਜੈਕਟ ਟਾਈਗਰ ਨੂੰ ਕੀ ਹੈ ਪ੍ਰੋਸੀਡ ਕਰ ਰਹੀ ਸੀਗੀ। ਠੀਕ ਹੈ ਜੀ, ਚਲੋ, ਜਿਹੜੇ ਸਾਡੇ ਟਾਈਗਰ ਰਿਜ਼ਰਵਸ ਨੇ ਰਾਜੇ ਉਹ ਵੀ ਇਸੇ ਪ੍ਰੋਜੈਕਟ ਦੇ ਅੰਡਰ ਆਏ ਨੇ। ਠੀਕ ਹੈ, ਜਿਹੜੇ ਆਪਾਂ ਟਾਈਗਰ ਰਿਜ਼ਰਵਸ ਜਿਹੜੇ ਕੀ ਹੈ ਡੈਜ਼ਿਗਨੇਟ ਕਰਦੇ ਹਾਂ ਟਾਈਗਰ ਰਿਜ਼ਰਵਸ, ਜਿਵੇਂ ਬਾਂਦੀਪੁਰ ਟਾਈਗਰ ਰਿਜ਼ਰਵ ਹੋ ਗਿਆ ਆਪਣਾ। ਠੀਕ ਹੈ, ਇੱਦਾਂ ਜਿਵੇਂ ਆਪਾਂ ਹੁਣੀ ਪੜ੍ਹਿਆ ਸੀ ਅਸਮ ਦੇ ਵਿੱਚ ਕਿ ਮਾਨਸ ਟਾਈਗਰ ਰਿਜ਼ਰਵ ਸੀਗਾ, ਔਰਾਂਗ ਮਾਨਸ ਟਾਈਗਰ ਰਿਜ਼ਰਵ ਸੀਗਾ। ਠੀਕ ਹੈ, ਇਹ ਸਾਰੇ ਟਾਈਗਰ ਰਿਜ਼ਰਵ ਪ੍ਰੋਜੈਕਟ ਟਾਈਗਰ ਦੇ ਅੰਡਰ ਹੀ ਸੀਗੇ। ਠੀਕ ਹੈ, ਚਲੋ, ਵਾਟ ਇਜ਼ BOD 5 ਬੇਸਿਕਲੀ। BOD 5 ਦੇਖੋ ਰਾਜੀ, ਪਹਿਲੇ ਤਾਂ ਇਹ ਜਿਹੜੀ ਟਰਮ ਹੈਗੀ ਹੈ ਇਹ ਵੇਸਟ ਵਾਟਰ ਦੀ ਮੈਨੇਜਮੈਂਟ ਦੇ ਨਾਲ ਕੰਸਰਨਡ ਹੈ। ਵੇਸਟ ਵਾਟਰ, ਪਹਿਲਾਂ ਤਾਂ ਵੇਸਟ ਵਾਟਰ ਹੈ ਯਾਨੀ ਕਿ ਗੰਦਾ ਪਾਣੀ। ਹੁਣ ਇਸ ਗੰਦੇ ਪਾਣੀ ਦੀ ਜਿਹੜੀ ਮੈਨੇਜਮੈਂਟ ਆਪਾਂ ਕਰਨੀ ਹੈ ਜਾਂ ਟਰੀਟਮੈਂਟ ਕਰਨੀ ਹੈ ਆਪਾਂ ਬੇਸਿਕਲੀ। ਠੀਕ ਹੈ, ਟਰੀਟਮੈਂਟ ਮਤਲਬ ਕੋਈ ਸੀਵਰੇਜ ਦਾ ਪਾਣੀ ਹੈਗਾ ਉਹਨੂੰ ਆਪਾਂ ਨੇ ਸਾਫ਼ ਕਰਨਾ, ਉਹਦੀ ਟਰੀਟਮੈਂਟ ਕਰਨੀ ਹੈ, ਤਾਂ ਉਹਦੇ ਨਾਲ ਇੱਕ ਟਰਮ ਕੰਸਰਨਡ ਹੈ। ਅਗੇਨ ਇਨਵਾਇਰਮੈਂਟਲ ਸਟੱਡੀਜ਼ ਦੇ ਵਿੱਚ ਕੁਐਸਚਨ ਆਏਗਾ। ਤਾਂ ਬੇਸਿਕਲੀ ਹੈ ਕਿ ਜੇ ਪਾਣੀ, ਗੰਦੇ ਪਾਣੀ ਦਾ ਕੀ ਮਤਲਬ ਹੁੰਦਾ ਹੈ, ਗੰਦੇ ਪਾਣੀ ਦਾ ਕੀ ਮਤਲਬ ਹੈ, ਯਾਨੀ ਕਿ ਉਹਦੇ ਵਿੱਚ ਕੁਝ ਜਰਮਸ ਹੋਣੇ, ਕੁਝ ਬੈਕਟੀਰੀਆਜ਼ ਹੋਣੇ, ਕੁਝ ਮਾਈਕਰੋ ਆਰਗੈਨਿਜ਼ਮਸ ਹੋਣੇ, ਹੈ ਨਾ, ਇਹੀ ਹੋਇਆ ਗੰਦੇ ਪਾਣੀ ਦਾ ਮਤਲਬ ਕਿ ਮਾਈਕਰੋ ਆਰਗੈਨਿਜ਼ਮਸ ਨੇ। ਹੁਣ ਅਗਰ ਅਸੀਂ ਇਸ ਗੰਦੇ ਪਾਣੀ ਨੂੰ ਟਰੀਟ ਕਰਨਾ ਹੈ, ਇਹਦੀ ਟਰੀਟਮੈਂਟ ਕਰਨੀ ਹੈ, ਤਾਂ ਸਾਨੂੰ ਕੀ ਕਰਨਾ ਪਏਗਾ, ਇਹ ਜਿਹੜੇ ਜਰਮਸ ਨੇ, ਮਾਈਕਰੋ ਆਰਗੈਨਿਜ਼ਮਸ ਨੇ, ਇਹਨਾਂ ਨੂੰ ਮਾਰਨਾ ਪਏਗਾ, ਇਹਨਾਂ ਨੂੰ ਕਿਲ ਕਰਨਾ ਪਏਗਾ, ਤਾਂ ਸਾਡਾ ਪਾਣੀ ਟਰੀਟ ਹੋ ਜਾਏਗਾ। ਠੀਕ ਹੈ, ਹੁਣ ਇਹਨਾਂ ਨੂੰ ਮਾਰਨ ਵਾਸਤੇ ਰਾਜੇ ਮਾਈਕਰੋ ਆਰਗੈਨਿਜ਼ਮਸ ਨੂੰ ਸਾਨੂੰ ਕੀ ਚਾਹੀਦੀ ਹੈ, ਇੱਕ ਇੰਪੋਰਟੈਂਟ ਚੀਜ਼ ਚਾਹੀਦੀ ਹੈ, ਆਕਸੀਜਨ, O2 ਇੱਕ ਇੰਪੋਰਟੈਂਟ ਇੰਗਰੀਡੀਐਂਟ ਹੈਗਾ, ਇੱਕ ਇੰਪੋਰਟੈਂਟ ਜਿਹੜੀ ਸਾਡੀ ਗੈਸ ਹੈ ਜਿਹੜੀ ਕਿ ਮਾਈਕਰੋ ਆਰਗੈਨਿਜ਼ਮ ਨੂੰ ਖਤਮ ਕਰਨ ਦੇ ਵਿੱਚ ਹੈਲਪ ਕਰਦੀ ਹੈ ਆਪਣੀ। ਠੀਕ ਹੈ, ਜਦੋਂ ਆਪਾਂ ਨੇ ਟਰੀਟਮੈਂਟ ਕਰਨੀ ਹੈ, ਤਾਂ ਉਹੀ ਚੀਜ਼ ਹੈ ਰਾਜੇ ਇੱਥੇ ਵੀ, ਜਿਹੜੀ ਆਕਸੀਜਨ ਡਿਮਾਂਡ ਤੁਸੀਂ ਦੇਖ ਪਾ ਰਹੇ ਹੋ, ਜਿਹੜੀ ਇਹਦੀ BOD ਦੀ ਫੁੱਲ ਫੋਰਮ ਹੈ ਬਾਇਓਕੈਮੀਕਲ ਜਾਂ ਬਾਇਓਲੋਜੀਕਲ ਵੀ ਲਿਖਿਆ ਹੁੰਦਾ ਹੈ, ਬਾਇਓਕੈਮੀਕਲ ਆਕਸੀਜਨ ਡਿਮਾਂਡ। ਤਾਂ ਮਤਲਬ ਜਿੰਨਾ ਗੰਦਾ ਪਾਣੀ ਹੋਏਗਾ, ਜਿੰਨਾ ਗੰਦਾ ਪਾਣੀ ਓਨੇ ਜ਼ਿਆਦਾ ਮਾਈਕਰੋ ਆਰਗੈਨਿਜ਼ਮਸ ਔਰ ਓਨੀ ਜ਼ਿਆਦਾ ਆਕਸੀਜਨ ਰਿਕੁਆਇਰਡ ਹੈ ਇਹਨਾਂ ਨੂੰ ਮਾਰਨ ਵਾਸਤੇ। ਠੀਕ ਹੈ ਜੀ, ਉਹਨਾਂ ਨੂੰ ਕੰਜ਼ਿਊਮ ਕਰਨ ਵਾਸਤੇ। ਠੀਕ ਹੈ, ਤਾਂ ਇਹੀ ਗੱਲ ਹੈ। ਅਗਰ ਤੁਹਾਨੂੰ ਕਿਹਾ ਜਾਵੇ ਕਿ ਕਿਸੇ ਰੀਵਰ ਦੀ BOD ਜ਼ਿਆਦਾ ਹੈ, ਤਾਂ ਮਤਲਬ ਉਹ ਕੀ ਹੈ, ਰੀਵਰ ਉਹਦੇ ਵਿੱਚ ਗੰਦਾ ਪਾਣੀ ਜ਼ਿਆਦਾ ਹੈ, ਕਿਉਂਕਿ ਅਗਰ ਗੰਦਾ ਪਾਣੀ ਜ਼ਿਆਦਾ ਹੈ ਤਾਂ ਹੀ ਆਕਸੀਜਨ ਦੀ ਡਿਮਾਂਡ ਜ਼ਿਆਦਾ ਉੱਥੇ ਹੈਗੀ। ਠੀਕ ਹੈ ਜੀ, ਤਾਂ ਇਹ ਪਹਿਲੀ ਗੱਲ ਤਾਂ ਇਹ ਮੇਜ਼ਰਮੈਂਟ ਇੱਕ ਵੇਸਟ ਵਾਟਰ ਦੀ, ਵੀ ਵੇਸਟ ਵਾਟਰ ਕਿੰਨਾ, ਉਹਦੀ BOD ਕਿੰਨੀ, ਆਪਾਂ ਨੂੰ ਉੱਥੋਂ ਪਤਾ ਲੱਗ ਜਾਂਦਾ। ਜਿੰਨੀ BOD ਜ਼ਿਆਦਾ ਉਨੀ ਵੇਸਟ ਵਾਟਰ ਉਹ ਜ਼ਿਆਦਾ ਹੋਊਗਾ, ਉਨਾ ਗੰਦਾ ਪਾਣੀ ਜ਼ਿਆਦਾ ਹੋਊਗਾ।
ठीक है जी, क्योंकि उन्नी ही ज़्यादा ऑक्सीजन की डिमांड हो रही है। हुणे पूछ रहा क्वेश्चन राजे BOD5 की हैगा, ठीक है, तो बेसिकली आंसर आएगा राजे 2 बायोकैमिकल ऑक्सीजन डिमांड इन 5 डेज़, ठीक है, 5 दिनों वास्ते कितनी ऑक्सीजन रिक्वायर्ड हैगी है उस पानी को साफ करने वास्ते, ठीक है, तो 5 डेज़ आऊगा राजे, इंपॉर्टेंट है। अगेन मैं कह रहा प्रीवियस ईयर क्वेश्चन ने ਜਿਹੜੇ PTET ਦੇ ਵਿੱਚ ਆਲਰੇਡੀ ਪੁੱਛੇ ਜਾ ਚੁੱਕੇ ਨੇ, ਪ੍ਰੀਵੀਅਸ ਈਅਰ ਕੁਐਸਚਨਸ ਨੇ, ਤਾਂ 5 ਦਿਨਾਂ ਵਾਸਤੇ ਜਿਹੜੀ ਡਿਮਾਂਡ ਹੋਊਗੀ ਆਕਸੀਜਨ ਦੀ ਉਹ ਸਾਡਾ BOD5 ਨਾਲ ਡਿਨੋਟ ਕਰਦੇ ਹਾਂ ਆਪਾਂ, ਠੀਕ ਹੈ ਜੀ, ਇੰਪੋਰਟੈਂਟ। ਨੈਕਸਟ, what type of radiation is trapped on earth's surface by greenhouse effect? ਰਾਜੇ ਮੈਂ ਅਸਿਊਮ ਕਰ ਰਿਹਾ ਕਿ ਤੁਹਾਨੂੰ ਗ੍ਰੀਨ ਹਾਊਸ ਇਫੈਕਟ ਪਤਾ ਹੈ, ਥੋੜਾ ਜਿਹਾ ਆਪਾਂ ਡਿਸਕਸ ਵੀ ਕਰ ਲੈਂਦੇ ਹਾਂ। ਤਾਂ ਪਹਿਲੀ ਗੱਲ ਤਾਂ ਰਾਜੇ ਆਨਸਰ ਆਏਗਾ ਇਨਫਰਾਰੈਡ ਰੇਜ਼, ਠੀਕ ਹੈ, ਇਨਫਰਾਰੈਡ ਰੇ। what type of radiation is trapped on earth's surface? ਦੇਖੋ ਆ ਅਰਥ ਹੈਗੀ ਹੈ, ठीक है, ये बेसिकली आप देख लें, ये साड़ी अर्थ है राजे, ये साडा एटमोसफेयर है, ठीक है, एक होर गैसिस ने दे विच। तो हुण जदों सन दी रेज़ आउणगीआं, सन दी रेज़ कुछ आईआं, ठीक है, तो साडी धरती दे नाल टकरा के राजे सन दी रेज़ वापस जांदियां नेगीआं, बट जिहड़ी ये कुछ ग्रीन हाउस गैसिस ने जिवें कि CO2 हो गई, ठीक है, वाटर वेपर हो गए, इन्हां नूं आपां ग्रीन हाउस गैसिस कहने आ, ग्रीन हाउस गैसिस कहने आ, ठीक है। असल दे विच की हुंदा हैगा कि जिहड़ियां ये गैसिस नेगीआं CO2 वर्गियां, कार्बन डाइऑक्साइड वर्गियां, ये सोलर रेडिएशन ਨੂੰ ਆਉਣ ਤਾਂ ਦੇ ਦਿੰਦੀਆਂ ਨੇ, ਅੰਦਰ ਆਉਣ ਦੇ ਦਿੰਦੀਆਂ ਨੇ, ਬਟ ਬਾਹਰ ਜਾਣ ਵਾਸਤੇ ਰੋਕ ਲੈਂਦੀਆਂ ਨੇ। ਕਾਰਨ ਕੀ ਹੈ ਬੱਚੇ, ਜਿਹੜੀਆਂ ਸਨ ਤੋਂ ਰੇਜ਼ ਆ ਰਹੀਆਂ ਨੇਗੀਆਂ, ਇਨਕਮਿੰਗ ਰੇਜ਼ ਨੇ ਸਾਡੇ ਅਰਥ ਦੇ ਉੱਪਰ, ਉਹ ਤਾਂ ਹੈਗੀਆਂ ਨੇ ਸ਼ਾਰਟ ਵੇਵ ਲੈਂਥ ਨੇ ਦੀਆਂ, ਸ਼ਾਰਟ ਵੇਵ ਲੈਂਥ ਹੈਗੀ, ਠੀਕ ਹੈ, ਜਿਹੜੀ ਦੀ ਵੇਵ ਲੈਂਥ ਹੈ ਉਹ ਸ਼ਾਰਟ ਹੈਗੀ ਹੈ, ਤਾਂ ਜਲਦੀ ਪਾਸ ਕਰ ਜਾਂਦੇ, ਕੋਈ ਦਿੱਕਤ ਨਹੀਂ ਹੈਗੀ, ਜਿਹੜੀ ਇਸ ਐਟਮੋਸਫੀਅਰ ਨੂੰ ਹੈ ਪੈਨੀਟਰੇਟ ਕਰ ਜਾਂਦੀਆਂ ਨੇ ਰੇਜ਼। ਬਟ ਜਦੋਂ ਆਊਟ ਗੋਇੰਗ ਨੇਗੀਆਂ ਸਾਡੀ ਧਰਤੀ ਤੋਂ ਟਕਰਾ ਕੇ ਵਾਪਸ ਜਾਣ ਲੱਗਦੀਆਂ ਨੇਗੀਆਂ, ਤਾਂ ਇਹ ਆਊਟ ਗੋਇੰਗ ਜਿਹੜੀਆਂ ਰੇਜ਼ ਨੇ ਇਹ ਲੌਂਗ ਵੇਵਲੈਂਥ ਹੋ ਜਾਂਦੀਆਂ ਨੇਗੀਆਂ, ਲੌਂਗ ਵੇਵਲੈਂਥ, ਠੀਕ ਹੈ, ਤਾਂ ਮਤਲਬ ਇੱਦਾਂ ਹੋ ਜਾਂਦੀਆਂ ਨੇ। ਪਹਿਲਾਂ ਜਿਹੜੀਆਂ ਵੇਵਸ ਇਹੋ ਜਿਹੀਆਂ ਸੀਗੀਆਂ, ਹੁਣ ਇੱਦਾਂ ਹੋ ਗਈਆਂ, ਲੌਂਗ ਵੇਵਲੈਂਥ ਹੋ ਗਈਆਂ। ਤਾਂ ਹੁਣ ਕੀ ਹੋ ਰਿਹਾ ਰਾਜੇ, ਇਹ ਲੰਬੀ ਵੇਵਲੈਂਥ ਨੂੰ, ਇਸ ਐਟਮੋਸਫੀਅਰ ਨੂੰ, ਇਸ CO2 ਨੂੰ ਪਾਸ ਕਰਨਾ ਮੁਸ਼ਕਿਲ ਹੋ ਜਾਂਦਾ, ਅਤੇ CO2 ਫਿਰ ਵਾਪਸ ਫਿਰ ਧਰਤੀ ਦੇ ਉੱਪਰ ਆ ਜਾਂਦਾ। ਮਤਲਬ ਜਿਹੜੀ ਇਹ ਸਨ ਰੇਜ਼ ਸੀ CO2 ਕਰਕੇ ਵਾਪਸ ਧਰਤੀ ਦੇ ਉੱਪਰ ਆ ਗਿਆ, ਯਾਨੀ ਕਿ ਜਿਹੜੀ એનર્ਜੀ ਹੈ ਸੋਲਰ એનર્ਜੀ ਧਰਤੀ ਦੇ ਉੱਪਰ ਹੀ ਟਰੈਪ ਹੋ ਜਾਂਦੀ ਹੈ। ਇਸ ਨਾਲ ਸਾਡੀ ਧਰਤੀ ਦਾ ਤਾਪਮਾਨ ਵੀ ਇੰਕਰੀਜ਼ ਹੁੰਦਾ, ਟੈਂਪਰੇਚਰ ਇੰਕਰੀਜ਼ ਹੁੰਦਾ। ਇਸੇ ਚੀਜ਼ ਨੂੰ ਅਸੀਂ ਕਹਿੰਦੇ ਰਾਜੇ ਗ੍ਰੀਨ ਹਾਊਸ ਇਫੈਕਟ, ਠੀਕ ਹੈ, ਸਾਡੀ ਧਰਤੀ ਦਾ ਟੈਂਪਰੇਚਰ ਇੰਕਰੀਜ਼ ਹੋਣ ਨੂੰ ਅਸੀਂ ਗ੍ਰੀਨ ਹਾਊਸ ਇਫੈਕਟ ਕਹਿੰਦੇ ਹਾਂ। ਕਿਉਂਕਿ ਹੁੰਦਾ ਕਿਉਂ ਰਾਜੇ ਉਹ, ਕਿ ਸਾਡੇ ਕਾਰਬਨ ਡਾਈਆਕਸਾਈਡ ਵਰਗੀਆਂ ਜਿਹੜੀ ਗੈਸਿਸ ਨੇ ਇੱਕ ਐਨਵੈਲਪ ਬਣਾ ਲੈਂਦੀਆਂ ਨੇਗੀਆਂ, ਠੀਕ ਹੈ, ਇੱਕ ਸ਼ੀਸ਼ੇ ਵਰਗੀ ਜਿਹੜੀ ਕਿ ਇੱਕ ਇਨਵੈਲਪ ਬਣਾ ਲੈਂਦੀਆਂ ਨੇ। ਜਿਵੇਂ ਆਪਾਂ ਗੱਲ ਕਰੀਏ ਇਸ ਹਾਊਸ ਦੀ, ਤੁਸੀਂ ਤਾਂ ਅਕਸਰ ਹੀ ਦੇਖਿਆ ਹੋਣਾ ਕਿ ਇਹਨਾਂ ਨੂੰ ਆਪਾਂ ਗ੍ਰੀਨ ਹਾਊਸ ਜਿਹੜਾ ਇਫੈਕਟ ਹੈ ਇੱਥੇ ਯੂਜ਼ ਕਰਦੇ ਹਾਂ, ਕਿ ਜਿਹੜੇ ਪੌਦੇ ਵਗੈਰਾ ਨੇ ਅਸੀਂ ਇਸ ਹਾਊਸ ਦੇ ਗਲਾਸ ਬਿਲਡਿੰਗ ਦੇ ਵਿੱਚ ਉਗਾਉਂਦੇ ਹਾਂ, ਤਾਂ ਉਹਦੇ ਵਿੱਚ ਵੀ ਕੀ ਹੁੰਦਾ, ਸੂਰਜ ਦੀ ਰੋਸ਼ਨੀ ਆਉਂਦੀ ਤਾਂ ਹੈਗੀ ਹੈ, ਇਨਕਮਿੰਗ ਹੋ ਜਾਂਦੀ ਹੈ, ਬਟ ਜਦੋਂ ਵਾਪਸ ਜਾਣ ਲੱਗਦੀ ਹੈ ਤਾਂ ਜਿਹੜਾ ਇਹ ਗਲਾਸ ਹੈ, ਸ਼ੀਸ਼ੇ ਨੇ, ਮਿਰਰ ਮਤਲਬ ਗਲਾਸਿਸ ਨੇ, ਇਹ ਸਨਲਾਈਟ ਨੂੰ ਬਾਹਰ ਨਹੀਂ ਜਾਣ ਦਿੰਦੇ, ਕਿਉਂਕਿ ਇਹ ਹੁਣ ਇਨਫਰਾਰੈਡ ਰੇਜ਼ ਹੋ ਗਈਆਂ। ਇਨਫਰਾਰੈਡ ਰੇਜ਼ ਕੀ ਨੇਗੀਆਂ, ਲੌਂਗ ਵੇਵਲੈਂਥ ਨੇ, ਜਿਹੜੀਆਂ ਸੂਰਜ ਤੋਂ ਆ ਰਹੀਆਂ ਸੀ ਇਨਕਮਿੰਗ ਸੀ, ਉਹ ਸੀਗੀਆਂ ਸ਼ਾਰਟ ਵੇਵਲੈਂਥ, ਠੀਕ ਹੈ। ਤਾਂ ਸ਼ਾਰਟ ਵੇਵਲੈਂਥ ਆ ਜਾਊਗੀ, ਤੁਸੀਂ ਇਮੈਜਿਨ ਕਰੋ ਕੱਪੜਾ ਹੈ ਰਾਜੇ, ਠੀਕ ਹੈ, ਕੱਪੜੇ ਦੇ ਵਿੱਚ ਅਗਰ ਤੁਸੀਂ ਪਾਣੀ ਫਲੋ ਕਰੋਗੇ ਤਾਂ ਉਹ ਪਾਣੀ ਪੋਰਸ ਹੋਊ, ਮਤਲਬ ਡ੍ਰੌਪਲੇਟ ਛੋਟੀਆਂ ਹੋਣਗੀਆਂ, ਤਾਂ ਇਹ ਜਿੰਨੇ ਕਿ ਪੋਰਸ ਹੋਊਗਾ, ਇਹ ਜਿੰਨੇ ਕਿ ਇਹਦੇ ਵਿੱਚ ਮਤਲਬ ਗਲੀਆਂ ਹੋਣਗੀਆਂ, ਠੀਕ ਹੈ, ਸਪੋਰਸ ਹੋਣਗੀਆਂ, ਇਸ ਕੱਪੜੇ ਦੇ ਵਿੱਚ ਪਾਣੀ ਪਾਸ ਕਰ ਜੂਗਾ। ਅਗਰ ਉਹੀ ਤੁਸੀਂ ਕੋਈ ਮੋਟਾ ਲਿਕੁਇਡ, ਕੋਈ ਆਇਲ ਮੰਨ ਲਓ, ਠੀਕ ਹੈ, ਆਇਲ ਇਸ ਕੱਪੜੇ ਦੇ ਉੱਪਰ ਰੱਖੋਗੇ ਤਾਂ ਆਇਲ ਮੇ ਵੀ ਪਾਸ ਨਾ ਕਰੇ, ਠੀਕ ਹੈ, ਕਿਉਂਕਿ ਉਹਦੀ ਹੁਣ ਜਿਹੜੀ ਡ੍ਰੌਪਲੇਟਸ ਨੇ ਉਹ ਵੱਡੀਆਂ ਹੋ ਗਈਆਂ। ਉਸੇ ਤਰ੍ਹਾਂ ਜਿਹੜੀ ਛੋਟੀ ਵੇਵਲੈਂਥ ਸੀ ਉਹ ਪਾਸ ਕਰ ਰਹੀ ਸੀ, ਜਿਹੜੀ ਲੰਬੀ ਵੇਵਲੈਂਥ, ਲੌਂਗ ਵੇਵਲੈਂਥ, ਉਹ ਪਾਸ ਨਹੀਂ ਕਰ ਰਹੀ। ਔਰ ਇਹੀ ਲੰਬੀ ਵੇਵਲੈਂਥ ਸਾਡੀ ਹੈਗੀ ਹੈ ਇਨਫਰਾਰੈਡ ਵੇਵਜ਼, ਠੀਕ ਹੈ, IR ਵੇਵਜ਼। ਤੁਸੀਂ ਅਕਸਰ ਹੀ ਸੁਣਿਆ ਹੋਣਾ ਕਿ ਸਨ ਤੋਂ ਜਿਹੜੀ ਰੇਜ਼ ਆ ਰਹੀਆਂ ਨੇ ਉਹ ਕਿਹੜੀਆਂ ਰੇਜ਼ ਨੇ, UV ਰੇਜ਼ ਨੇਗੀਆਂ, ਠੀਕ ਹੈ, ਮਤਲਬ ਕਈ ਤਾਂ ਟਰੈਪ ਵੀ ਹੋ ਜਾਂਦੀਆਂ ਨੇ, ਬਟ ਸਟਿਲ UV ਰੇਜ਼ ਆਉਂਦੀਆਂ ਨੇ, ਬਟ ਜਦੋਂ ਵਾਪਸ ਜਾਣ ਲੱਗਦੀਆਂ ਨੇ ਉਹ ਹੁੰਦੀਆਂ ਸਾਡੀਆਂ ਇਨਫਰਾਰੈਡ ਰੇਜ਼, ਠੀਕ ਹੈ ਜੀ, ਲੰਬੀਆਂ ਵੇਵਲੈਂਥ ਹੁੰਦੀਆਂ ਨੇ, ਜਿਸ ਕਰਕੇ ਵਾਪਸ ਨਹੀਂ ਜਾ ਪਾਉਂਦੀਆਂ, ਠੀਕ ਹੈ ਜੀ। ਤਾਂ ਆਪਣਾ ਆਨਸਰ ਇਹੀ ਆਊਗਾ ਰਾਜੇ। ਕੀ ਪੁੱਛ ਰਿਹਾ, ਵੋਟ ਟਾਈਪ ਆਫ ਰੇਡੀਏਸ਼ਨ ਇਜ਼ ਟਰੈਪਡ, ਕਿਹੜੀ ਰੇਡੀਏਸ਼ਨ ਸਾਡੀ ਧਰਤੀ ਦੇ ਉੱਪਰ ਟਰੈਪ ਹੋ ਜਾਂਦੀ ਹੈ, ਕਿਉਂਕਿ ਬਿਕਾਜ਼ ਆਫ ਗ੍ਰੀਨ ਹਾਊਸ ਇਫੈਕਟ, ਉਹ ਹੁੰਦੀ ਹੈ ਸਾਡੀ ਇਨਫਰਾਰੈਡ, IR, ਇਨਫਰਾਰੈਡ ਰੇਜ਼, ਠੀਕ ਹੈ ਜੀ, ਇੰਪੋਰਟੈਂਟ ਹੈ। ਚਲੋ, ਲੰਡਨ ਸਮੋਗ ਇਜ਼ ਫਾਊਂਡ ਇਨ, ਲੰਡਨ ਸਮੋਗ ਬੇਸਿਕਲੀ ਜਿਹੜੀ ਸਾਡੀ ਅਸੀਂ ਸਮੋਗ ਦੇਖਦੇ ਹਾਂ ਰਾਜੇ, ਠੀਕ ਹੈ, ਇੱਕ ਤਾਂ ਸਾਡੀ ਫੋਗ ਹੁੰਦੀ ਹੈ, ਧੁੰਦ ਹੁੰਦੀ ਹੈ, ਠੀਕ ਹੈ, ਧੁੰਦ ਪਲੱਸ ਸਮੋਕ, ਤੁਸੀਂ ਸੁਣਿਆ ਹੋਊਗਾ ਅਕਸਰ ਕਿ ਧੁੰਦ ਪਲੱਸ ਧੂੰਆਂ ਇਹ ਕੀ ਬਣ ਜਾਂਦਾ, ਸਮੋਗ ਬਣ ਜਾਂਦੀ ਹੈ। ਬਿਲਕੁਲ ਹੀ ਥਿੱਕ ਜਿਹਾ ਜਿਹੜਾ ਕੀ ਹੈ, ਮਤਲਬ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਸਰਦੀਆਂ ਦੇ ਵਿੱਚ, ਕਿ ਜਿੱਥੇ ਤਾਂ ਨਾਲੇ ਤਾਂ ਇੰਡਸਟਰੀਜ਼ ਹੋਣ, ਯਾਨੀ ਕਿ ਧੂੰਆਂ ਹੋਵੇ, ਅਤੇ ਨਾਲ ਠੰਡ ਦਾ ਮੌਸਮ ਹੋਵੇ, ਯਾਨੀ ਕਿ ਧੁੰਦ ਹੋਵੇ, ਠੀਕ ਹੈ, ਇਹ ਦੋਨੇ ਚੀਜ਼ਾਂ ਮਿਲ ਕੇ ਕੀ ਬਣਾਉਂਦੀਆਂ ਨੇ, ਸਮੋਗ ਬਣਾਉਂਦੀਆਂ ਨੇ। ਹੁਣ ਅਗਰ ਫੋਗ ਚਾਹੀਦੀ ਹੈ ਤਾਂ ਠੰਡ ਚਾਹੀਦੀ ਹੈ, ਠੀਕ ਹੈ, ਤਾਂ ਸਮਰ ਤਾਂ ਨਹੀਂ ਹੋ ਸਕਦਾ ਆਨਸਰ, ਤਾਂ ਇਹਨਾਂ ਦੋਨਾਂ ਦੇ ਵਿੱਚ ਕੋਈ ਹੋਏਗਾ, ਠੀਕ ਹੈ। ਹੁਣ ਡੇ ਟਾਈਮ ਦੇ ਵਿੱਚ ਵੀ ਕੀ ਹੋਵੇਗਾ ਜੇ ਧੁੰਦ ਕੀ ਹੈ ਚਲੀ ਜਾਂਦੀ ਹੈ, ਤਾਂ ਡੇ ਟਾਈਮ ਵੀ ਨਹੀਂ ਹੋ ਸਕਦਾ, ਤਾਂ ਆਪਣਾ ਆਨਸਰ ਆਏਗਾ ਵਿੰਟਰ ਡਿਊਰਿੰਗ ਮਾਰਨਿੰਗ ਟਾਈਮ, ਕਿ ਜਿਹੜੀ ਇਹ ਸਮੋਗ ਬਣਦੀ ਹੈਗੀ ਹੈ, ਫੋਗ ਪਲੱਸ ਸਮੋਕ ਹੈ,
ਇਹ ਸਰਦੀਆਂ ਦੇ ਵਿੱਚ ਬਣਦੀ ਹੈ ਔਰ ਸਵੇਰ ਦੇ ਟਾਈਮ ਬਣਦੀ ਹੈ, ਕਿਉਂਕਿ ਸਵੇਰ ਦੇ ਟਾਈਮ ਹੀ ਧੁੰਦ ਹੁੰਦੀ ਹੈ, ਫੋਗ ਹੁੰਦੀ ਹੈ। ਠੀਕ ਹੈ ਜੀ, ਧਿਆਨ ਦੇਣਾ, ਲੰਡਨ ਸਮੋਗ ਜਿਹੜੀ ਅਸੀਂ ਸਮੋਗ ਦੇਖਦੇ ਹਾਂ ਐਕਚੁਅਲ ਦੇ ਵਿੱਚ। ਠੀਕ ਹੈ, ਇਹ ਚੀਜ਼ ਹੈ। ਅੱਛਾ, ਇੱਕ ਇਹਦੇ ਨਾਲ ਹੋਰ ਚੀਜ਼ ਹੁੰਦੀ ਹੈ, ਉਹ ਹੁੰਦੀ ਹੈ ਫੋਟੋਕੈਮੀਕਲ ਸਮੋਗ। ਇਹ ਬਿਲਕੁਲ ਹੀ ਡਿਫਰੈਂਟ ਚੀਜ਼ ਹੈ ਫੋਟੋਕੈਮੀਕਲ ਸਮੋਗ। ਇਹਦਾ ਨਾਮ ਚਾਹੇ ਸਮੋਗ ਹੈ ਰਾਜੇ, ਬਟ ਇਹਦੇ ਵਿੱਚ ਫੋਗ ਨਹੀਂ ਹੈਗੀ, ਇਹਦੇ ਵਿੱਚ ਫੋਗ ਨਹੀਂ ਹੈਗੀ। ਜਿਹੜੀ ਸਾਡੀ ਧੁੰਦ ਹੈਗੀ ਹੈ ਸਰਦੀਆਂ ਵਾਲੀ, ਇਹ ਧੁੰਦ ਨਹੀਂ ਹੈਗੀ ਇਹਦੇ ਵਿੱਚ। ਬੇਸਿਕਲੀ ਇਹ ਧੂਏ ਤੋਂ ਬਣਦੀ ਹੈ, ਬਿਲਕੁਲ ਸਮੋਗ ਬਿਲਕੁਲ ਹੈਗਾ ਇਹਦੇ ਵਿੱਚ। ਠੀਕ ਹੈ, ਬਟ ਹੋਰ ਇਨਗਰੀਡੀਅੰਟਸ ਨੇਗੀਆਂ, ਫੋਗ ਨਹੀਂ ਹੈਗੀ। ਅਸਲ ਦੇ ਵਿੱਚ ਜਿਹੜੀ ਫੋਟੋਕੈਮੀਕਲ ਸਮੋਗ ਹੈ ਇਹ ਵਿੰਟਰ ਦੇ ਵਿੱਚ ਤਾਂ ਬਣਦੀ ਹੀ ਨਹੀਂ, ਬਲਕਿ ਹੌਟ ਸਮਰ ਡੇ ਦੇ ਵਿੱਚ ਬਣਦੀ ਹੈ, ਗਰਮੀਆਂ ਦੇ ਵਿੱਚ ਬਣਦੀ ਹੈਗੀ ਜਿਹੜੀ ਫੋਟੋਕੈਮੀਕਲ ਸਮੋਗ ਹੈ। ਤਾਂ ਆਪਾਂ ਕਹਿ ਰਹੇ ਹਾਂ ਵੀ ਫੋਗ ਦੀ ਰਿਕੁਆਇਰਮੈਂਟ ਤਾਂ ਹੈ ਹੀ ਨਹੀਂ ਇਹਦੇ ਵਿੱਚ, ਕਿਉਂਕਿ ਫੋਗ ਕਦੋਂ ਹੁੰਦੀ ਹੈ? ਸਰਦੀਆਂ ਦੇ ਵਿੱਚ ਹੁੰਦੀ ਹੈ। ਠੀਕ ਹੈ, ਤਾਂ ਫੋਟੋਕੈਮੀਕਲ ਸਮੋਗ ਸਮਰ ਦੇ ਵਿੱਚ ਹੁੰਦੀ ਹੈ, ਪਹਿਲੀ ਗੱਲ ਤਾਂ ਗਰਮੀਆਂ ਦੇ ਵਿੱਚ ਹੁੰਦੀ ਹੈ, ਔਰ ਬਿਲਕੁਲ ਹੌਟ ਜਦੋਂ ਸਿਖਰ ਦੁਪਹਿਰਾ ਹੁੰਦਾ ਉਦੋਂ ਬਣਦੀ ਹੈਗੀ ਇਹ। ਠੀਕ ਹੈ, ਅਗੇਨ ਕਿੱਥੇ ਬਣਦੀ ਹੈ? ਜਿੱਥੇ ਧੂੰਆਂ ਹੁੰਦਾ, ਜਿੱਥੇ ਇੰਡਸਟਰੀਜ਼ ਹੁੰਦੀਆਂ ਨੇਗੀਆਂ, ਉੱਥੇ ਬਣਦੀ ਹੈ ਚੀਜ਼। ਠੀਕ ਹੈ, ਚਲੋ, ਤਾਂ ਇਹ ਦੋਨੇ ਡਿਫਰੈਂਟ ਨੇ ਰਾਜੇ। ਲੰਡਨ ਸਮੋਗ ਇਹਨੂੰ ਆਪਾਂ ਕਲਾਸੀਕਲ ਸਮੋਗ ਵੀ ਕਹਿ ਦੇਣਾ, ਜੋ ਮਤਲਬ ਸਾਡੀ ਨਾਰਮਲ ਸਮੋਗ ਹੈ, ਕਲਾਸੀਕਲ ਸਮੋਗ। ਇਸ ਤੋਂ ਆਪੋਜ਼ਿਟ ਹੁੰਦੀ ਹੈ ਫੋਟੋਕੈਮੀਕਲ ਸਮੋਗ, ਜਿਹੜੀ ਕਿ ਗਰਮੀਆਂ ਦੇ ਵਿੱਚ ਬਣਦੀ ਹੈ, ਸਮਰ ਦੇ ਵਿੱਚ ਬਣਦੀ ਹੈ। ਦੋਨੇ ਡਿਫਰੈਂਟ ਨੇ, ਧਿਆਨ ਦੇਣਾ। ਚਲੋ ਠੀਕ ਹੈ ਜੀ, ਨੈਕਸਟ ਜੋਗ੍ਰਾਫੀ ਇਨਵਾਇਰਮੈਂਟ ਦੇ ਵਿੱਚੋਂ ਹੀ ਆਇਆ। ਅ ਟਾਈਟ ਵਰਲਪੂਲ ਆਫ ਵਿੰਡ। ਵਰਲਪੂਲ ਮਤਲਬ ਰਾਜੇ ਇੱਦਾਂ ਗੋਲ ਗੋਲ ਚੱਕਰ, ਜਿਵੇਂ ਆਪਣੀ ਵਾਸ਼ਿੰਗ ਮਸ਼ੀਨ ਦਾ ਨਾਮ ਵਰਲਪੂਲ ਹੈ, ਤਾਂ ਉਹਦਾ ਮਤਲਬ ਹੈ ਗੋਲ ਗੋਲ ਘੁੰਮਣਾ। ਠੀਕ ਹੈ, ਅ ਟਾਈਟ ਵਰਲਪੂਲ ਆਫ ਵਿੰਡ, ਹਵਾ ਦਾ ਵਰਲਪੂਲ ਫਾਰਮਡ ਇਨ ਸਟ੍ਰੈਟੋਸਫੀਅਰ ਵਿਚ ਸਰਾਊਂਡਸ ਦਾ ਐਂਟਾਰਕਟਿਕਾ ਇਜ਼ ਕਾਲਡ। ਰਾਜੇ ਸਭ ਤੋਂ ਪਹਿਲਾਂ ਸਟ੍ਰੈਟੋਸਫੀਅਰ ਕੀ ਹੈ? ਸਾਡੀ ਅਰਥ ਦੇ ਐਟਮੋਸਫੀਅਰ ਦੀਆਂ ਕੁਝ ਲੇਅਰਸ ਨੇਗੀਆਂ। ਪਹਿਲੀ ਲੇਅਰ ਹੈਗੀ ਟ੍ਰੋਪੋਸਫੀਅਰ, ਫਿਰ ਸਟ੍ਰੈਟੋਸਫੀਅਰ, ਠੀਕ ਹੈ, ਫਿਰ ਮੀਜ਼ੋਸਫੀਅਰ, ਫਿਰ ਥਰਮੋਸਫੀਅਰ ਜਾਂ ਆਈਨੋਸਫੀਅਰ ਕਹਿ ਸਕਦੇ ਆਪਾਂ, ਤੇ ਫਿਰ ਐਗਜ਼ੋਸਫੀਅਰ। ਠੀਕ ਹੈ, ਇਹ ਕੁਝ ਲੇਅਰਸ ਨੇ ਆਪਣੇ ਐਟਮੋਸਫੀਅਰ ਦੀਆਂ, ਆਪਣੇ ਵਾਯੂਮੰਡਲ ਦੀਆਂ। ਠੀਕ ਹੈ, ਤੇ ਜਿਹੜੀ ਸੈਕਿੰਡ ਲੇਅਰ ਹੈਗੀ ਸਟ੍ਰੈਟੋਸਫੀਅਰ ਹੈਗੀ ਹੈ, ਇਹਦੇ ਬਾਰੇ ਪੁੱਛ ਰਿਹਾ ਕਿ ਇਸ ਲੇਅਰ ਦੇ ਵਿੱਚ ਇੱਕ ਵਰਲਪੂਲ ਬਣਦਾ ਹੈਗਾ, ਇੱਕ ਗੋਲਾ ਬਣਦਾ ਹੈ, ਗੋਲ ਚੱਕਰ ਬਣਦਾ ਹੈ ਐਂਟਾਰਕਟਿਕਾ ਦੇ ਆਲੇ ਦੁਆਲੇ। ਠੀਕ ਹੈ, ਐਂਟਾਰਕਟਿਕਾ ਕਿੱਥੇ ਆ ਗਿਆ? ਆਪਣਾ ਸਾਊਥ ਦੇ ਵਿੱਚ ਆ ਗਿਆ, ਸਾਊਥ ਪੋਲ ਦੇ ਵਿੱਚ ਆ ਗਿਆ। ਕਿ ਇਸ ਸਾਊਥ ਪੋਲ ਦੇ ਰੀਜਨ ਦੇ ਵਿੱਚ ਇੱਕ ਐਦਾਂ ਗੋਲਾ ਜਿਹਾ ਬਣਦਾ ਹੈਗਾ। ਠੀਕ ਹੈ, ਇੱਦਾਂ ਸਰਕਲ ਬਣਦਾ ਹੈ, ਉਹ ਕੀ, ਉਹਨੂੰ ਆਪਾਂ ਕੀ ਕਵਾਂਗੇ ਆਪਾਂ? ਠੀਕ ਹੈ, ਵਰਲਪੂਲ ਬਣਦਾ, ਠੀਕ ਹੈ, ਇਹਨੇ ਦੱਸ ਵੀ ਹਾਂਜੀ ਬਣਦਾ ਹੈ ਜਾਂ ਕੁਛ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਸਭ ਤੋਂ ਪਹਿਲਾਂ ਤਾਂ ਰਾਜੇ ਪੋਲਰ ਵੋਰਟੈਕਸ ਕਹਾਂਗੇ ਆਪਾਂ। ਠੀਕ ਹੈ, ਪੋਲਰ ਵੋਰਟੈਕਸ ਕਹਿੰਦੇ ਆ। ਤੇ ਹੁੰਦਾ ਕੀ ਹੈ ਰਾਜੇ? ਇਹ ਸਟ੍ਰੈਟੋਸਫੇਰਿਕ ਕਲਾਊਡ ਹੁੰਦੇ ਨੇ ਇੱਕ ਤਰ੍ਹਾਂ ਦੇ। ਠੀਕ ਹੈ, ਤਾਂ ਆਨਸਰ ਇਹਨਾਂ ਦਾ ਦੋਨਾਂ ਦਾ ਆਏਗਾ ਰਾਜੇ 1 ਐਂਡ 2, ਸੀ ਆਨਸਰ ਆਏਗਾ, ਥਰਡ ਆਪਸ਼ਨ ਆਏਗਾ ਬੋਥ 1 ਐਂਡ 2। ਠੀਕ ਹੈ, ਸੀ ਆਨਸਰ ਆਏਗਾ ਜੀ, ਕਿ ਹਾਂਜੀ ਅਸੀਂ ਪੋਲਰ ਵੋਰਟੈਕਸ ਵੀ ਕਹਿੰਦੇ ਆ। ਔਰ ਇਹ ਜਿਹੜੇ ਵੋਰਟੈਕਸ ਨੇ ਅਸਲ ਦੇ ਵਿੱਚ ਇਹ ਕਲਾਊਡਸ ਨੇ, ਬੱਦਲ ਨੇ। ਕਿਹੜੇ ਬੱਦਲ ਨੇ? ਜਿਹੜੇ ਇੰਨੇ ਉੱਪਰ ਲੈਵਲ ਦੇ ਉੱਪਰ ਬਣਦੇ ਨੇਗੇ। ਠੀਕ ਹੈ, ਜਿਹੜੇ ਸਾਡੇ ਜਨਰਲ ਬੱਦਲ ਨੇ ਰਾਜੇ, ਆਮ ਬੱਦਲ ਅਸੀਂ ਪਾਣੀ ਜਿਹੜੇ ਸਾਡੇ ਮੀਂਹ ਕਰਦੇ ਨੇ, ਉਹ ਫਰਸਟ ਲੇਅਰ ਦੇ ਵਿੱਚ ਹੀ ਬਣਦੇ ਨੇਗੇ, ਟ੍ਰੋਪੋਸਫੀਅਰ ਦੇ ਵਿੱਚ। ਜਿਹੜੇ ਖਾਸ ਤਰ੍ਹਾਂ ਦੇ ਬੱਦਲ ਨੇ ਇਹ ਸਟ੍ਰੈਟੋਸਫੀਅਰ ਦੇ ਵਿੱਚ ਬਣਦੇ ਨੇ, ਪਹਿਲੀ ਗੱਲ ਤਾਂ। ਔਰ ਪੋਲਰ ਰੀਜਨ ਦੇ ਉੱਪਰ ਬਣਦੇ ਨੇ, ਯਾਨੀ ਕਿ ਸਾਊਥ ਪੋਲ ਜਾਂ ਫਿਰ ਨਾਰਥ ਪੋਲ ਦੇ ਉੱਪਰ, ਕਿਸੇ ਉੱਪਰ ਵੀ ਬਣ ਸਕਦੇ ਨੇ। ਠੀਕ ਹੈ, ਤਾਂ ਦੋਨੇ ਹੀ ਆਣਗੇ ਜੀ, ਬੋਥ 1 ਐਂਡ 2। ਠੀਕ ਹੈ, ਦੇਖ ਲੈਣੇ ਆਪਾਂ। ਤਾਂ ਇੱਦਾਂ ਦਾ ਰਾਜੇ ਹੁਣੇ ਤਾਂ ਨਾਰਥ ਪੋਲ ਦੇ ਉੱਪਰ ਦਿਖਾਇਆ ਗਿਆ, ਤਾਂ ਜਿਹੜੇ ਆਪਾਂ ਕੁਐਸਚਨ ਸੀ ਆਪਣਾ ਸਾਊਥ ਪੋਲ ਦਾ, ਬਟ ਇੱਕੋ ਹੀ ਚੀਜ਼ ਹੈ, ਕੋਈ ਦਿੱਕਤ ਨਹੀਂ ਹੈਗੀ। ਤਾਂ ਜਿਹੜਾ ਇਹ ਪੋਲਰ ਵੋਰਟੈਕਸ ਹੈ, ਕਾਹਦਾ ਇਹ ਰਾਜੇ? ਵਿੰਡ ਦਾ, ਬੇਸਿਕਲੀ ਕੋਲਡ ਏਅਰ ਹੈਗੀ। ਠੀਕ ਹੈ, ਠੰਡੀ ਹਵਾ ਦਾ ਵੋਰਟੈਕਸ ਹੈਗਾ, ਜਿਹੜਾ ਕਿ ਘੁੰਮ ਰਿਹਾ ਹੁੰਦਾ ਆਲੇ ਦੁਆਲੇ। ਤਾਂ ਇਹ ਚੀਜ਼ ਬਣਦੀ ਹੈ ਰਾਜੇ, ਇਹ ਵਰਲਪੂਲ ਵੀ ਹੈਗਾ, ਇਹ ਪੋਲਰ ਵੋਰਟੈਕਸ ਵੀ ਹੈਗਾ, ਔਰ ਇਹ ਸਟ੍ਰੈਟੋਸਫੀਅਰਿਕ ਕਲਾਊਡਸ ਵੀ ਹੈਗੇ ਨੇ। ਠੀਕ ਹੈ ਜੀ, ਦੋਨੇ ਚੀਜ਼ਾਂ ਨੇਗੀਆਂ। ਚਲੋ, ਤਾਂ ਰਾਜੇ ਜਦੋਂ ਅਸੀਂ ਹੁਣ ਸਿਲੇਬਸ ਦੇ ਵਿੱਚ ਪੜ੍ਹਦੇ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹੁੰਦੇ ਕਿ ਐਕਚੁਅਲ ਦੇ ਵਿੱਚ ਕਿਉਂ ਹੁੰਦਾ, ਕੀ ਹੁੰਦਾ। ਠੀਕ ਹੈ, ਤਾਂ ਇੱਥੇ ਇੰਨੀ ਚੀਜ਼ ਡਿਟੇਲ ਦੇ ਵਿੱਚ ਡਿਸਕਸ ਕਰਨਾ ਮੁਸ਼ਕਿਲ ਹੋ ਜਾਏਗਾ ਥੋੜਾ। ਠੀਕ ਹੈ, ਪੂਰੇ ਇੱਕ ਲੈਕਚਰ ਦਾ ਟੌਪਿਕ ਹੈਗਾ ਇਹ। ਤਾਂ ਅਗਰ ਤੁਹਾਨੂੰ ਪਤਾ ਤਾਂ ਡੈਫੀਨੇਟਲੀ ਸਮਝ ਆ ਗਿਆ ਹੋਣਾ, ਅਗਰ ਨਹੀਂ ਪਤਾ ਤਾਂ ਤੁਸੀਂ ਸਮਝ ਸਕਦੇ ਹੋ ਵੀ ਹਾਂਜੀ ਇਹਦਾ ਆਨਸਰ ਆਏਗਾ। ਠੀਕ ਹੈ, ਤੁਸੀਂ ਆਪਣੇ MCQ ਵਾਸਤੇ ਯਾਦ ਕਰ ਸਕਦੇ ਹੋ ਕਿ ਹਾਂਜੀ ਇਹ ਦੋ ਹੀ ਕਵਾਂਗੇ ਆਪਾਂ, ਬੋਥ 1 ਐਂਡ 2। ਚਲੋ, ਬਾਕੀ ਰਾਜੇ ਜ਼ਿਆਦਾ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਡੇ ਨੀਚੇ ਹੈਲਪਲਾਈਨ ਨੰਬਰ 'ਤੇ ਕਾਲ ਹਮੇਸ਼ਾ ਕਰ ਸਕਦੇ ਹੋ। ਕੋਈ ਵੀ ਕਿਸੇ ਤਰ੍ਹਾਂ ਦਾ ਡਾਊਟ ਹੁੰਦਾ, ਕਿਸੇ ਵੀ ਚੀਜ਼ ਦਾ, ਕੋਈ ਬੈਚ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਲੈਣੀ, ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ, ਤਾਂ ਇਸ ਨੰਬਰ 'ਤੇ ਹਮੇਸ਼ਾ ਕਾਲ ਕਰ ਲਓ। ਠੀਕ ਹੈ, ਨੈਕਸਟ ਕੁਐਸਚਨ, ਭੋਪਾਲ ਗੈਸ ਟ੍ਰੈਜਡੀ। ਤੁਸੀਂ ਸੁਣਿਆ ਹੀ ਹੋਣਾ ਰਾਜੇ, ਭੋਪਾਲ ਦਾ ਜਿਹੜਾ ਗੈਸ ਕਾਂਡ ਹੋਇਆ ਸੀ, ਅਕਰਡ ਡਿਊ ਟੂ। ਠੀਕ ਹੈ, ਕਿਹੜੀ ਗੈਸ ਲੀਕ ਹੋਈ ਸੀ ਰਾਜੇ? ਆਪਾਂ ਨੂੰ ਪਤਾ ਵੀ ਗੈਸ ਲੀਕ ਹੋਈ ਸੀ ਭੋਪਾਲ ਦੇ ਵਿੱਚ ਆਲਮੋਸਟ 1984 ਦੇ ਕਰੀਬ ਰਾਜੇ ਆਪਣਾ ਜਿਹੜਾ ਇਹ ਇੰਸੀਡੈਂਟ ਹੋਇਆ ਸੀਗਾ ਭੋਪਾਲ ਗੈਸ ਦਾ। ਤਾਂ ਇਹ ਕਿਹੜੀ ਗੈਸ ਰਾਜੇ ਉਦੋਂ ਜਿਹੜੀ ਲੀਕ ਹੋਈ ਸੀ? ਤਾਂ ਉਹਦਾ ਆਨਸਰ ਆਊਗਾ ਮਿਥਾਈਲ ਆਈਸੋਸਾਈਨਾਈਟ। ਮਿਥਾਈਲ ਆਈਸੋਸਾਈਨਾਈਟ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅਕਸਰ ਹੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ ਕੁਐਸਚਨ, ਮਿਥਾਈਲ ਆਈਸੋਸਾਈਨਾਈਟ। ਠੀਕ ਹੈ ਜੀ, ਇੰਪੋਰਟੈਂਟ ਹੈ। ਚਲੋ, ਹੁਣ ਰਾਜੇ ਸੋਸ਼ਲ ਸਾਇੰਸ ਦੇ ਵਿੱਚ ਕੁਐਸਚਨ ਹੈ, ਬੇਸਿਕਲੀ ਪੋਲਿਟੀ ਦੇ ਵਿੱਚ ਕਹਿ ਸਕਦੇ ਆਪਾਂ। ਦ ਕਨਸੈਪਟ ਆਫ ਵੈਲਫੇਅਰ ਸਟੇਟ ਫਾਈਂਡਸ ਇਲੈਬੋਰੇਸ਼ਨ ਇਨ। ਵੈਲਫੇਅਰ ਸਟੇਟ ਦਾ ਕਨਸੈਪਟ ਇਹਨਾਂ ਕਿਹਦੇ ਵਿੱਚੋਂ, ਸੰਵਿਧਾਨ ਦੇ ਵਿੱਚ ਕਿਹੜੇ ਪਾਰਟ ਦੇ ਵਿੱਚ ਆਉਂਦਾ ਹੈ? ਪ੍ਰੀਐਂਬਲ ਦੇ ਵਿੱਚ, ਫੰਡਾਮੈਂਟਲ ਡਿਊਟੀਜ਼, ਫੰਡਾਮੈਂਟਲ ਰਾਈਟਸ ਤੇ DPSPs। ਦੱਸੋ ਰਾਜੇ। ਤਾਂ ਬਿਲਕੁਲ ਵੈਲਫੇਅਰ ਸਟੇਟ ਦਾ ਜਿਹੜਾ ਕਨਸੈਪਟ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਸਲ ਦੇ ਵਿੱਚ ਰਾਜੇ ਇਹ ਆਪਣੇ ਪੰਜਾਬ ਲੈਵਲ ਦੇ ਛੋਟੇ ਐਗਜ਼ਾਮ ਤੋਂ ਲੈ ਕੇ UPSC ਲੈਵਲ ਦੇ ਕੁਛ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ।
ਈਵਨ ਰੀਸੈਂਟਲੀ ਵੀ ਸ਼ਾਇਦ 2020 ਵਾਲੇ ਐਗਜ਼ਾਮ ਦੇ ਵਿੱਚ ਜਾਂ 2019 ਦੇ UPSC ਦੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ ਹੈ ਕਿ ਵੈਲਫੇਅਰ ਕਨਸੈਪਟ ਦਾ ਜੋ ਵੈਲਫੇਅਰ ਸਟੇਟ ਦਾ ਕਨਸੈਪਟ ਕਿਹੜੇ ਪਾਰਟ ਦੇ ਵਿੱਚ ਆਉਂਦਾ ਹੈ। ਤਾਂ ਉਹਦਾ ਆਨਸਰ ਆਏਗਾ ਰਾਜੇ DPSP, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਬੇਸਿਕਲੀ ਕਿਹੜਾ ਪਾਰਟ ਆ ਰਾਜੇ, ਪਾਰਟ 4 ਹੈ ਇਹ, ਪਾਰਟ 4, ਠੀਕ ਹੈ। ਤਾਂ ਸੰਵਿਧਾਨ ਦੇ 25 ਪਾਰਟਸ ਨੇਗੇ, ਉਹਨਾਂ ਦੇ ਵਿੱਚੋਂ ਪਾਰਟ 4 ਦੇ ਵਿੱਚ ਇਹ DPSP ਵਾਲਾ ਪੋਰਸ਼ਨ ਆਉਂਦਾ ਹੈ ਔਰ ਇਸੇ ਪੋਰਸ਼ਨ ਦੇ ਵਿੱਚ ਸਾਡੇ ਵੈਲਫੇਅਰ ਸਟੇਟ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਬਹੁਤ ਇੰਪੋਰਟੈਂਟ ਪੁਆਇੰਟ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਰਟੀਕਲਸ ਕਿਹੜੇ ਇਨਵੋਲਵ ਹੁੰਦੇ ਨੇ ਜੀ DPSP ਦੇ ਵਿੱਚ, ਬੇਸਿਕਲੀ 36 ਤੋਂ ਲੈ ਕੇ 51 ਇਹ ਆਰਟੀਕਲਸ ਇਨਵੋਲਵ ਹੁੰਦੇ ਨੇ। ਚਲੋ, ਫਰਸਟ ਨਿਊਜ਼ਪੇਪਰ ਪਬਲਿਸ਼ਡ ਇਨ ਇੰਡੀਆ ਵਾਸ, ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਨਿਊਜ਼ਪੇਪਰ ਕਦੋਂ ਹੋਇਆ ਰਾਜੇ? ਤਾਂ ਓਬਵੀਅਸਲੀ ਗੱਲ ਹੈ, ਪਹਿਲੀ ਗੱਲ ਤਾਂ ਅੰਗਰੇਜ਼ ਸਰਕਾਰ ਦੇ ਵੇਲੇ ਹੋਊਗਾ, ਠੀਕ ਹੈ, ਕਿਉਂਕਿ ਅੰਗਰੇਜ਼ ਸਰਕਾਰ ਹੀ ਪ੍ਰੈਸ ਲੈ ਕੇ ਆਈ ਸੀ। ਸਰਕਾਰ ਨਹੀਂ ਮਤਲਬ ਅੰਗਰੇਜ਼ ਸਰਕਾਰ ਦੇ ਵੇਲੇ ਹੀ ਪ੍ਰੈਸ ਇੰਡੀਆ ਦੇ ਵਿੱਚ ਆਈ ਸੀਗੀ, ਠੀਕ ਹੈ। ਤਾਂ ਪਹਿਲਾ ਨਿਊਜ਼ਪੇਪਰ ਪੁੱਛ ਰਿਹਾ ਕਿ ਇੰਡੀਆ ਦੇ ਵਿੱਚ ਕਿਹੜਾ ਪਬਲਿਸ਼ ਹੋਇਆ, ਤਾਂ ਉਹਦਾ ਆਨਸਰ ਹੈਗਾ ਰਾਜੇ ਬੰਗਾਲ ਗਜ਼ਟ। ਬੰਗਾਲ ਗਜ਼ਟ ਨਾਮ ਸੀ ਉਸ ਨਿਊਜ਼ਪੇਪਰ ਦਾ ਜਿਹੜਾ ਕਿ ਸਭ ਤੋਂ ਪਹਿਲਾਂ ਪਬਲਿਸ਼ ਹੋਇਆ, ਠੀਕ ਹੈ। ਕੌਣ ਸੀ ਜਿਹੜਾ ਇਹਦਾ ਪਬਲਿਸ਼ਰ ਜਾਂ ਐਡੀਟਰ ਕੌਣ ਸੀ ਰਾਜੇ ਦਾ? ਜੇਮਸ ਔਗਸਟਸ, ਇਹ ਵੀ ਇੰਪੋਰਟੈਂਟ ਨਾਮ ਜੀ, ਜੇਮਸ ਔਗਸਟਸ ਹਿੱਕੀ, ਇਹ ਨਾਮ ਵੀ ਇੰਪੋਰਟੈਂਟ ਹੈ ਜੀ, ਜੇਮਸ ਔਗਸਟਸ ਹਿੱਕੀ, ਠੀਕ ਹੈ। ਇਹ ਬੰਦਾ ਜਿਹੜਾ ਐਡੀਟਰ ਸੀ ਇਹਦਾ ਬੰਗਾਲ ਗਜ਼ਟ ਦਾ। ਕਿੱਥੇ ਸੀ ਰਾਜੇ ਇਹ? ਕਲਕੱਤਾ ਦੇ ਵਿੱਚ, ਕਲਕੱਤਾ ਦੇ ਵਿੱਚ ਪਬਲਿਸ਼ ਕੀਤਾ ਗਿਆ ਸੀ ਬੰਗਾਲ ਗਜ਼ਟ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਪਹਿਲਾ ਨਿਊਜ਼ਪੇਪਰ ਇੰਡੀਆ ਦਾ ਕਿਹੜਾ ਸੀਗਾ? ਟਾਈਮ ਪੀਰੀਅਡ ਕੀ ਕਹਾਂਗੇ ਰਾਜੇ ਆਪਾਂ? ਟਾਈਮ ਪੀਰੀਅਡ ਆਲਮੋਸਟ 1780, ਠੀਕ ਹੈ। 1780 ਦੇ ਕਰੀਬ ਜਿਹੜਾ ਕਿ ਬੰਗਾਲ ਗਜ਼ਟ ਪਬਲਿਸ਼ ਹੋਇਆ ਸੀਗਾ, ਠੀਕ ਹੈ ਜੀ, ਪਹਿਲੀ ਵਾਰੀ। ਚਲੋ, ਹੂ ਅਮੰਗ ਦਾ ਫੋਲੋਇੰਗ, ਅਗੇਨ ਰਾਜੇ ਮਾਡਰਨ ਹਿਸਟਰੀ ਦੇ ਵਿੱਚੋਂ ਜਾਂ ਸੋਸ਼ਲ ਸਾਇੰਸਿਸ ਦੇ ਵਿੱਚ ਕੁਐਸਚਨ ਹੈਗਾ, ਸੋਸ਼ਲ ਸਾਇੰਸਿਸ, ਠੀਕ ਹੈ। ਤਾਂ ਰਾਜੇ PTET ਨੂੰ ਆਪਾਂ ਟਾਰਗੇਟ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਬੇਸਿਕਲੀ, ਠੀਕ ਹੈ। ਉਹਦੇ ਨਾਲ ਜਿਹੜੇ ਹੋਰ ਵੀ ਪੰਜਾਬ ਦੇ ਐਗਜ਼ਾਮ ਨੇ ਓਬਵੀਅਸਲੀ ਉਹ ਵੀ ਨਾਲ ਕਵਰ ਹੋ ਰਹੇ ਨੇ, ਕਿਉਂਕਿ ਸਿਲੇਬਸ ਆਲਮੋਸਟ ਸੇਮ ਹੀ ਹੁੰਦਾ ਹਰ ਚੀਜ਼ ਦਾ, ਠੀਕ ਹੈ। ਹਾਂ, ਬਟ ਆਪਾਂ PTET ਨੂੰ ਜ਼ਿਆਦਾ ਫੋਕਸ ਕਰ ਰਹੇ ਹਾਂ। ਹੂ ਅਮੰਗ ਦਾ ਫੋਲੋਇੰਗ ਸਟਾਰਟਡ ਦਾ ਨਿਊਜ਼ਪੇਪਰ ਸ਼ੋਮ ਪ੍ਰਕਾਸ਼, ਸ਼ੋਮ ਪ੍ਰਕਾਸ਼ ਨਾਮ ਦਾ ਜਿਹੜਾ ਅਖਬਾਰ ਸੀ ਕਿਹਨੇ ਸਟਾਰਟ ਕੀਤਾ ਰਾਜੇ? ਤਾਂ ਦਯਾਨੰਦ ਸਰਸਵਤੀ, IC ਵਿਦਿਆਸਾਗਰ, ਰਾਜਾ ਰਾਮ ਮੋਹਨ ਰਾਏ, ਅਕਸ਼ੇ ਕੁਮਾਰ ਦੱਤ। ਤਾਂ ਆਨਸਰ ਆਏਗਾ ਰਾਜੇ IC ਵਿਦਿਆਸਾਗਰ। ਈਸ਼ਵਰ ਚੰਦਰ ਵਿਦਿਆਸਾਗਰ ਨੇ ਸਾਡਾ ਸ਼ੋਮ ਪ੍ਰਕਾਸ਼ ਨਿਊਜ਼ਪੇਪਰ ਸਟਾਰਟ ਕੀਤਾ ਸੀਗਾ ਜੀ, ਠੀਕ ਹੈ ਜੀ। IC ਵਿਦਿਆਸਾਗਰ ਵਾਸਤੇ ਰਾਜੇ ਇੱਕ ਚੀਜ਼ ਹੋਰ ਫੇਮਸ ਹੈ ਕਿ ਵਿਡੋ ਰੀਮੈਰਿਜ ਐਕਟ ਜਿਹੜਾ ਹੈਗਾ ਸੀ, ਜਿਹੜਾ ਵਿਧਵਾ ਰੀਮੈਰਿਜ ਐਕਟ ਸੀਗਾ, ਵਿਡੋ ਰੀਮੈਰਿਜ ਐਕਟ 1856, ਜਿਹੜਾ ਇਹ ਲਾਅ ਬਣਾਇਆ ਗਿਆ ਸੀ ਅੰਗਰੇਜ਼ ਸਰਕਾਰ ਦੁਆਰਾ, ਤਾਂ ਇਹ ਬਹੁਤ ਵੱਡਾ ਇਹਦਾ IC ਵਿਦਿਆਸਾਗਰ ਦੀ ਇਹਦੇ ਵਿੱਚ ਕੰਟਰੀਬਿਊਸ਼ਨ ਸੀਗੀ, ਠੀਕ ਹੈ। ਤਾਂ ਵਿਡੋਜ਼ ਵਾਸਤੇ ਇਹਨੇ ਕਾਫੀ ਕੰਮ ਕੀਤਾ ਸੀ IC ਵਿਦਿਆਸਾਗਰ ਨੇ, ਔਰ ਇਸੇ ਦੀ ਕੰਟਰੀਬਿਊਸ਼ਨ ਸੀਗੀ ਕਿ ਵਿਡੋ ਰੀਮੈਰਿਜ ਐਕਟ ਸਰਕਾਰ ਨੇ ਪਾਸ ਕੀਤਾ, ਅੰਗਰੇਜ਼ ਸਰਕਾਰ ਨੇ, ਠੀਕ ਹੈ ਜੀ। ਤਾਂ ਇਹਨਾਂ ਨੇ ਰਾਜੇ ਜਿਹੜਾ ਨਿਊਜ਼ਪੇਪਰ ਸ਼ੋਮ ਪ੍ਰਕਾਸ਼ ਪਬਲਿਸ਼ ਕੀਤਾ ਸੀਗਾ, ਸਟਾਰਟ ਕੀਤਾ ਸੀਗਾ। ਬਾਕੀ ਦਯਾਨੰਦ ਸਰਸਵਤੀ ਬਾਰੇ ਬਹੁਤ ਚੀਜ਼ਾਂ ਇੰਪੋਰਟੈਂਟ ਨੇ, ਰਾਜਾ ਰਾਮ ਮੋਹਨ ਰਾਏ ਬਾਰੇ ਬਹੁਤ ਚੀਜ਼ਾਂ ਇੰਪੋਰਟੈਂਟ ਨੇ, ਠੀਕ ਹੈ, ਕਿ ਇਹਨਾਂ ਨੇ ਕਿਹੜੀ ਚੀਜ਼ਾਂ ਪਬਲਿਸ਼ ਕੀਤੀਆਂ ਸੀਗੀਆਂ। ਦਯਾਨੰਦ ਸਰਸਵਤੀ ਰਾਜੇ ਤੁਹਾਨੂੰ ਪਤਾ ਹੈ ਆਰਿਆ ਸਮਾਜ ਫਾਊਂਡਰ ਸੀਗੇ, ਠੀਕ ਹੈ। ਚਲੋ, ਹੂ ਅਮੰਗ ਦ ਫੋਲੋਇੰਗ ਆਥਰਡ ਦ ਬੁੱਕ ਐਂਟਾਈਟਲਡ ਦ ਪਰਸੈਪਟਸ ਆਫ ਜੀਸਸ ਦ ਗਾਈਡ ਟੂ ਪੀਸ ਐਂਡ ਹੈਪੀਨੈਸ। ਈਵਨ ਰਾਜੇ ਇਕੱਲਾ ਇਹ ਵੀ ਟਾਈਟਲ, ਇਹ ਤਾਂ ਦੇਖੋ ਸਾਰੀ ਬੁੱਕ ਦਾ ਨਾਮ ਲਿਖਿਆ ਗਿਆ, ਦ ਪਰਸੈਪਟ ਆਫ ਜੀਸਸ ਗਾਈਡ ਟੂ ਪੀਸ ਐਂਡ ਹੈਪੀਨੈਸ, ਤਾਂ ਪੂਰੀ ਦਾ ਬੁੱਕ ਨਾਮ ਲਿਖਿਆ ਗਿਆ। ਬਟ ਇਨ ਜਨਰਲ ਆਪਾਂ ਨੂੰ ਪਰਸੈਪਟਸ ਆਫ ਜੀਸਸ ਇਹੀ ਮਿਲ ਜਾਂਦਾ ਇਕੱਲਾ, ਵੀ ਪਰਸੈਪਟ ਆਫ ਜੀਸਸ ਬੁੱਕ ਕਿਹਨੇ ਲਿਖੀ ਸੀ, ਠੀਕ ਹੈ ਜੀ। ਤਾਂ ਇਹਦਾ ਆਨਸਰ ਆਏਗਾ ਰਾਜੇ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ ਨੇ ਰਾਜੇ ਜਿਹੜੀ ਬੁੱਕ ਲਿਖੀ ਸੀ ਦ ਪਰਸੈਪਟ ਆਫ ਜੀਸਸ, ਠੀਕ ਹੈ। ਬਲਕਿ ਰਾਜੇ ਇਹਨਾਂ ਨੂੰ ਫਾਦਰ ਆਫ ਇੰਡੀਅਨ ਰੈਨੇਸੋ ਵੀ ਕਹਿ ਦਿੰਦੇ ਆਪਾਂ, ਇੰਡੀਅਨ ਰੈਨੇਸੋ, ਠੀਕ ਹੈ। ਤਾਂ ਫਾਦਰ ਆਫ ਇੰਡੀਅਨ ਰੈਨੇਸੋ ਕਹਿ ਦਿੰਦੇ ਆਪਾਂ। ਰੈਨੇਸੋ ਕੀ ਹੈ ਬੱਚੇ? ਬੇਸਿਕਲੀ ਰਿਵਾਈਵਲ, ਠੀਕ ਹੈ। ਰੈਨੇਸੋ ਮਤਲਬ ਰਿਵਾਈਵਲ। ਐਕਚੁਅਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਯੂਰਪ ਦੇ ਵਿੱਚ ਆਈ ਸੀ, ਜਿਹੜਾ ਰੈਨੇਸੋ ਆਇਆ ਸੀ 14ਵੀਂ ਸਦੀ ਤੋਂ ਬਾਅਦ ਯੂਰਪ ਦੇ ਵਿੱਚ। ਪਹਿਲਾਂ ਰਾਜੇ ਯੂਰਪ ਦੇ ਵਿੱਚ ਮਤਲਬ ਕਿ ਇਹ ਡਾਰਕ ਏਜਿਸ ਸੀਗੀਆਂ, ਠੀਕ ਹੈ। ਜਦੋਂ ਰੈਨੇਸੋ ਵਾਲਾ ਪੀਰੀਅਡ ਆਇਆ, ਰਿਵਾਈਵਲ ਆਇਆ, ਮਤਲਬ ਇਹਦੇ ਵਿੱਚ ਨਵੀਆਂ ਇਨੋਵੇਸ਼ਨਸ ਹੋਣ ਲੱਗੀਆਂ, ਠੀਕ ਹੈ। ਲਿਟਰੇਚਰ ਲਿਖਿਆ ਜਾਣ ਲੱਗਿਆ, ਠੀਕ ਹੈ। ਸਾਇੰਸ ਦੇ ਫੀਲਡ ਦੇ ਵਿੱਚ ਮਤਲਬ ਹਰ ਫੀਲਡ ਦੇ ਵਿੱਚ ਜਿਹੜਾ ਕਿ ਕਲਚਰ ਦੇ ਫੀਲਡ ਦੇ ਵਿੱਚ ਪ੍ਰੋਗਰੈਸ ਹੋਣ ਲੱਗੀ ਸੀਗੀ, ਠੀਕ ਹੈ, ਰੈਨੇਸੋ ਪੀਰੀਅਡ ਦੇ ਵਿੱਚ। ਤਾਂ ਉਸੇ ਤਰ੍ਹਾਂ ਰਾਜੇ ਇੰਡੀਆ ਦੇ ਵਿੱਚ ਵੀ ਇਹੋ ਜਿਹਾ ਪੀਰੀਅਡ ਆਇਆ ਜਦੋਂ ਅਸੀਂ ਪਹਿਲਾਂ ਤਾਂ ਸੋਸ਼ਲ ਈਵਲ ਨਾਲ ਘਿਰੇ ਹੋਏ ਸੀਗੇ, ਠੀਕ ਹੈ। ਬਟ ਰਾਜਾ ਰਾਮ ਮੋਹਨ ਰਾਏ ਦੇ ਆਉਣ ਨਾਲ ਅਸੀਂ ਆਪਣੇ ਜਿਹੜੇ ਸੋਸ਼ਲ ਈਵਲ ਸੀਗੀਆਂ, ਸਾਡੀਆਂ ਸਮਾਜਿਕ ਕੁਰੀਤੀਆਂ ਸੀ, ਅਸੀਂ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦਾ ਖੰਡਨ ਕਰਨ ਲੱਗੇ ਅਤੇ ਆਪਣੇ ਸੋਸ਼ਲ ਰਿਫੋਰਮਸ ਕਰਨ ਲੱਗੇ ਸੀਗੇ, ਠੀਕ ਹੈ। ਤਾਂ ਰਾਜਾ ਰਾਮ ਮੋਹਨ ਰਾਏ ਦੀ ਜਿਹੜੀ ਇੱਕ ਕੰਟਰੀਬਿਊਸ਼ਨ ਵੱਡੀ ਸੀ ਰਾਜੇ, ਕਿ ਜਿਹੜਾ ਸਾਡਾ ਸਤੀ ਪ੍ਰਥਾ ਸੀ ਉਹ ਬੈਨ ਹੋ ਗਈ ਸੀ 1829 ਦੇ ਵਿੱਚ, ਠੀਕ ਹੈ। ਸਤੀ ਪ੍ਰੋਹੀਬਿਸ਼ਨ ਐਕਟ 1829 ਦੇ ਵਿੱਚ ਜਿਹੜਾ ਕਿ ਇਹ ਪਾਸ ਕਰਤਾ ਸੀ ਅੰਗਰੇਜ਼ ਸਰਕਾਰ ਨੇ, ਉਹ ਵੀ ਰਾਜਾ ਰਾਮ ਮੋਹਨ ਰਾਏ ਦੀ ਕੰਟਰੀਬਿਊਸ਼ਨ ਹੀ ਸੀਗੀ, ਠੀਕ ਹੈ। ਤਾਂ ਇੰਪੋਰਟੈਂਟ ਰਾਜੇ ਕਾਫੀ ਇੰਪੋਰਟੈਂਟ ਹੈ ਇਹਦੇ ਵਿੱਚ ਕਿ ਰਾਜਾ ਰਾਮ ਮੋਹਨ ਰਾਏ ਜਿਹੜੇ ਸਾਡੇ ਫਾਦਰ ਆਫ ਇੰਡੀਅਨ ਰੈਨੇਸੋ ਵੀ ਕਹਿੰਦੇ ਨੇ ਆਪਾਂ ਇਹਨਾਂ ਨੂੰ, ਠੀਕ ਹੈ ਜੀ। ਚਲੋ, ਵੰਦੇ ਮਾਤਰਮ ਸਾਡਾ ਨੈਸ਼ਨਲ ਸੌਂਗ ਹੈ ਜਿਹੜਾ ਰਾਜੇ, ਵੰਦੇ ਮਾਤਰਮ ਦਾ ਨੈਸ਼ਨਲ ਸੌਂਗ ਵਾਜ਼ ਪਾਰਟ ਆਫ
ਜਿਹੜਾ ਸਾਡਾ ਨੈਸ਼ਨਲ ਸੌਂਗ ਹੈ ਰਾਜੇ ਅਸੀਂ ਇੱਕ ਬੁੱਕ ਦੇ ਵਿੱਚੋਂ ਲਿਆ, ਬੇਸਿਕਲੀ ਇੱਕ ਬੁੱਕ ਦੇ ਵਿੱਚ ਲਿਖਿਆ ਗਿਆ, ਤਾਂ ਕਿਹੜੀ ਬੁੱਕ ਦੇ ਵਿੱਚ ਵੰਦੇ ਮਾਤਰਮ ਲਿਖਿਆ ਗਿਆ ਉਹ ਪੁੱਛ ਰਿਹਾ ਰਾਜੇ। ਉਹਦਾ ਆਨਸਰ ਆਏਗਾ ਰਾਜੇ ਬੀ, ਆਨੰਦ ਮੱਠ। ਆਨੰਦ ਮੱਠ ਬੁੱਕ ਦੇ ਵਿੱਚ ਰਾਜੇ ਜਿਹੜਾ ਕਿ ਵੰਦੇ ਮਾਤਰਮ ਲਿਖਿਆ ਗਿਆ। ਉਹ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਆਨੰਦ ਮੱਠ ਬੁੱਕ ਕਿਹਨੇ ਲਿਖੀ ਸੀ ਰਾਜੇ, ਇਹ ਲਿਖੀ ਸਾਡੇ ਬੰਕਿਮ ਚੰਦਰ ਚੈਟਰਜੀ ਨੇ, BC ਚੈਟਰਜੀ, ਠੀਕ ਹੈ, ਜਾਂ ਬੰਕਿਮ ਚੰਦਰ ਚਟੋਪਾਧਿਆਏ, ਦੋਨੇ ਹੀ ਨਾਮ ਆ ਜਾਂਦੇ ਹੁੰਦੇ ਨੇਗੇ, ਠੀਕ ਹੈ। ਤਾਂ ਜਿਹੜੀ ਆਨੰਦ ਮੱਠ ਸੀ ਬੰਕਿਮ ਚੰਦਰ ਚੈਟਰਜੀ ਨੇ ਲਿਖੀ ਸੀ, ਕਦੋਂ ਲਿਖੀ ਸੀ ਰਾਜੇ, ਆਲਮੋਸਟ 1882 ਦੇ ਵਿੱਚ, ਠੀਕ ਹੈ। ਇਹ ਵੀ ਡੇਟ ਵੀ ਇੰਪੋਰਟੈਂਟ ਹੈ, ਔਰ ਕੀ ਚੀਜ਼ ਇੰਪੋਰਟੈਂਟ ਹੈ ਵੀ ਇਸ ਆਨੰਦ ਮੱਠ ਦੇ ਵਿੱਚ ਸਬਜੈਕਟ ਕੀ ਸੀਗਾ, ਜਿਹੜੀ ਇਹਨਾਂ ਦੇ ਮਤਲਬ ਕਿਸ ਚੀਜ਼ ਦੇ ਉੱਪਰ ਇਹ ਜਿਹੜੀ ਬੁੱਕ ਲਿਖੀ ਸੀ, ਅਸਲ ਦੇ ਵਿੱਚ ਇਹ ਲਿਖੀ ਸੀ ਸੰਨਿਆਸੀ ਰਿਬੈਲੀਅਨ ਦੇ ਵਿੱਚ, ਸੰਨਿਆਸੀ ਰਿਬੈਲੀਅਨ, ਠੀਕ ਹੈ। ਅੰਗਰੇਜ਼ਾਂ ਦੇ ਖਿਲਾਫ ਸਾਡੇ ਜਿਹੜੇ ਸੰਨਿਆਸੀ ਸੀ ਜਾਂ ਫਕੀਰ ਸੀਗੇ, ਉਹਨਾਂ ਨੇ ਇੱਕ ਰਿਬੈਲੀਅਨ ਸਟਾਰਟ ਕਰਤਾ ਸੀ, ਇੱਕ ਅੰਦੋਲਨ ਸਟਾਰਟ ਕਰਤਾ ਸੀਗਾ ਆਲਮੋਸਟ 1859 ਦੇ ਕਰੀਬ। ਤਾਂ ਉਸੇ ਰਿਬੈਲੀਅਨ ਨੂੰ ਪੋਰਟਰੇ ਕੀਤਾ ਗਿਆ ਇਸ ਬੁੱਕ ਦੇ ਵਿੱਚ, ਠੀਕ ਹੈ। ਔਰ ਨਾਲ ਹੀ ਵੰਦੇ ਮਾਤਰਮ ਜੀ ਜਿਹੜੀ ਗਾਣਾ ਹੈ, ਸੌਂਗ ਹੈ, ਉਹ ਵੀ ਇਸ ਬੁੱਕ ਦੇ ਵਿੱਚ ਹੀ ਲਿਖਿਆ ਗਿਆ, ਠੀਕ ਹੈ। ਤਾਂ ਬਿਲਕੁਲ ਬੰਕਿਮ ਚੰਦਰ ਚੈਟਰਜੀ ਇਹਦੇ ਨਾਲ ਐਸੋਸੀਏਟਡ ਨੇ। ਚਲੋ, ਵਿਚ ਦ ਫੋਲੋਇੰਗ ਸਟੇਟਮੈਂਟਸ ਇਜ਼ ਨੋਟ ਕਰੈਕਟ। ਨੋਟ ਕਰੈਕਟ ਪੁੱਛਿਆ ਰਾਜੇ, ਹਮੇਸ਼ਾ ਨੋਟ ਦਾ ਇਨਕਰੈਕਟ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਕੀ ਪੁੱਛਿਆ ਗਿਆ, ਠੀਕ ਹੈ। ਤਾਂ ਨੋਟ ਕਰੈਕਟ ਪੁੱਛਿਆ ਗਿਆ। ਸੈਲਿਨਿਟੀ ਆਫ ਓਸ਼ਨ ਵਾਟਰ, ਅਗੇਨ ਜਿਹੜਾ ਕੀ ਹੈ ਜੀਓਗ੍ਰਾਫੀ ਜਾਂ ਇਨਵਾਇਰਮੈਂਟ ਦੇ ਵਿੱਚ ਕੁਐਸਚਨ ਹੈ। ਸੈਲਿਨਿਟੀ ਆਫ ਓਸ਼ਨ ਵਾਟਰ, ਸੈਲਿਨਿਟੀ ਯਾਨੀ ਕਿ ਮਤਲਬ ਨਮਕੀਨ ਕਿੰਨਾ ਕੁ ਪਾਣੀ ਹੈ, ਜਿਹੜਾ ਓਸ਼ਨ ਵਾਟਰ ਦਾ ਨਮਕੀਨ ਜਿਹੜੀ ਆਪਾਂ ਸੈਲਿਨਿਟੀ ਕਵਾਂਗੇ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਰੇਟ ਆਫ ਇਵੈਪੋਰੇਸ਼ਨ। ਬਿਲਕੁਲ ਠੀਕ ਹੈ ਜੀ, ਜਿੰਨੀ ਜ਼ਿਆਦਾ ਇਵੈਪੋਰੇਸ਼ਨ ਹੋਊਗੀ ਉਨੀ ਜ਼ਿਆਦਾ ਉਸ ਓਸ਼ਨ ਦੇ ਵਿੱਚ ਸੈਲਿਨਿਟੀ ਹੋਊਗੀ। ਇਹ ਤਾਂ ਬਿਲਕੁਲ ਠੀਕ ਹੈ ਜੀ। ਤਾਂ ਆਪਾਂ ਨੂੰ ਕੀ ਪੁੱਛਿਆ, ਨੋਟ ਕਰੈਕਟ ਪੁੱਛਿਆ, ਤਾਂ ਇਹ ਤਾਂ ਨਹੀਂ ਆਊਗਾ ਆਨਸਰ, ਠੀਕ ਹੈ। ਇਹ ਤਾਂ ਕਰੈਕਟ ਹੈਗਾ, ਮਤਲਬ ਆਪਾਂ ਨੂੰ ਨੋਟ ਕਰੈਕਟ ਪੁੱਛਿਆ। ਨੈਕਸਟ, ਸੈਲਿਨਿਟੀ ਆਫ ਓਸ਼ਨ ਵਾਟਰ ਡਿਕਰੀਜ਼ਿਜ਼ ਵਿਦ ਇੰਕਰੀਜ਼ ਇਨ ਪ੍ਰੈਸੀਪੀਟੇਸ਼ਨ। ਪ੍ਰੈਸੀਪੀਟੇਸ਼ਨ ਕੀ ਹੁੰਦੀ ਹੈ, ਅਗੇਨ ਰਾਜੇ ਮਤਲਬ ਆਪਾਂ ਕਹਿ ਸਕਦੇ ਹਾਂ ਇਵੈਪੋਰੇਸ਼ਨ ਹੀ ਕਹਿ ਸਕਦੇ ਹਾਂ ਆਪਾਂ ਇੱਕ ਤਰ੍ਹਾਂ ਦੀ, ਠੀਕ ਹੈ। ਜਾਂ ਫਿਰ ਮਤਲਬ ਆਪਾਂ ਕਹਿ ਸਕਦੇ ਹਾਂ ਜਦੋਂ ਮੀਂਹ ਵਰਦਾ ਹੈਗਾ, ਪਾਣੀ ਪੈਂਦਾ ਹੈਗਾ, ਠੀਕ ਹੈ। ਵੀ ਜਿੰਨਾ ਜ਼ਿਆਦਾ ਇਸ ਸਮੁੰਦਰ ਦੇ ਵਿੱਚ ਜਾਂ ਉਸ ਓਸ਼ਨ ਦੇ ਉੱਪਰ ਮੀਂਹ ਵਰ ਰਿਹਾ ਹੈਗਾ, ਪ੍ਰੈਸੀਪੀਟੇਸ਼ਨ ਹੋ ਰਹੀ ਹੈ, ਸੈਲਿਨਿਟੀ ਡਿਕਰੀਜ਼ ਕਰਦੀ ਹੈ। ਬਿਲਕੁਲ ਠੀਕ ਹੈ ਜੀ, ਠੀਕ ਹੈ। ਕਿਉਂਕਿ ਦੇਖੋ ਮੀਂਹ ਵਰ ਰਿਹਾ, ਮੀਂਹ ਕਿਹੜਾ ਹੁੰਦਾ ਰਾਜੇ, ਫਰੈਸ਼ ਵਾਟਰ ਹੁੰਦਾ ਹੈਗਾ, ਠੀਕ ਹੈ। ਮੀਂਹ ਦੇ ਵਿੱਚ ਕਦੇ ਵੀ ਨਮਕ ਨਹੀਂ ਹੋਊਗਾ, ਕਦੇ ਵੀ ਸੋਲਟ ਨਹੀਂ ਹੋਏਗਾ। ਤਾਂ ਅਗਰ ਫਰੈਸ਼ ਵਾਟਰ ਐਡ ਹੋ ਰਿਹਾ ਤਾਂ ਓਬਵੀਅਸ ਜੀ ਗੱਲ ਹੈ ਜਿਹੜੀ ਸੈਲਿਨਿਟੀ ਉਹ ਡਿਕਰੀਜ਼ ਹੋ ਰਹੀ ਹੈ। ਦੇਖੋ ਕੋਈ ਵੀ ਪਾਣੀ ਹੈ, ਮੈਂ ਜੇ ਪਾਣੀ ਦੀ ਗੱਲ ਕਰਾਂ ਤਾਂ ਪਾਣੀ ਦੇ ਵਿੱਚ ਦੋ ਚੀਜ਼ਾਂ ਹੋਣਗੀਆਂ, ਇੱਕ ਤਾਂ ਵਾਟਰ ਇਟਸੈਲਫ, ਵਾਟਰ ਹੀ ਹੋਊਗਾ, ਦੂਸਰਾ ਹੋਊਗਾ ਰਾਜੇ ਸੋਲਟ, ਠੀਕ ਹੈ। ਹੁਣ ਇਸ ਜੇ ਮੈਂ ਇੱਕ ਜਾਰ ਦੇ ਵਿੱਚ, ਇੱਕ ਬੀਕਰ ਦੇ ਵਿੱਚ ਪਾਣੀ ਦੀ ਇੱਕ ਜੱਗ ਲੈ ਲਾਂ, ਠੀਕ ਹੈ, ਓਸ਼ਨ ਦੇ ਵਿੱਚੋਂ ਪਾਣੀ ਦਾ ਜੱਗ ਭਰ ਲਾ ਮੰਨ ਲਓ, ਤਾਂ ਉਹਦੇ ਵਿੱਚ ਇੱਕ ਤਾਂ ਪਿਓਰ ਵਾਟਰ ਹੋਏਗਾ, ਫਰੈਸ਼ ਵਾਟਰ ਹੋਏਗਾ, ਅਤੇ ਨਾਲ ਹੀ ਕੁਛ ਸੋਲਟ ਹੋਏਗਾ, ਠੀਕ ਹੈ। ਹੁਣ ਜਿੰਨਾ ਜ਼ਿਆਦਾ ਉਸ ਜੱਗ ਦੇ ਵਿੱਚ ਸੋਲਟ ਹੋਏਗਾ ਉਨਾ ਜ਼ਿਆਦਾ ਇਹ ਵਾਟਰ ਸਲਾਈਨ ਹੋਏਗਾ, ਜਿੰਨਾ ਜ਼ਿਆਦਾ ਸੋਲਟ ਘੱਟ ਹੋਏਗਾ ਉਹਨਾਂ ਜਿਹੜਾ ਪਾਣੀ ਹੈ ਆਪਣਾ ਉਹ ਲੈਸ ਸਲਾਈਨ ਹੋਏਗਾ, ਠੀਕ ਹੈ, ਸੈਲਿਨਿਟੀ ਲੈਸ ਹੋਏਗੀ। ਹੁਣ ਅਗਰ ਰਾਜੇ ਮੈਂ ਇਸ ਜੱਗ ਦੇ ਵਿੱਚ ਜਾਂ ਇਸ ਜੱਗ ਨੂੰ ਮੈਂ ਇੱਕ ਕੀ ਪਾਦਾ, ਇੱਕ ਵੱਡੇ ਟੱਬ ਦੇ ਵਿੱਚ ਪਾਦਾ, ਠੀਕ ਹੈ। ਵੱਡੇ ਟੱਬ ਦੇ ਵਿੱਚ ਮੈंने ਆਹ ਜੱਗ ਦਾ ਪਾਣੀ ਦਾ ਜੱਗ ਉਡੇਲਤਾ, ਠੀਕ ਹੈ। ਹੁਣ ਅਗਰ ਇਸ ਜੱਗ ਦੇ ਵਿੱਚ ਮੈਂ ਫਰੈਸ਼ ਵਾਟਰ ਐਡ ਕਰਦਾ ਰਾਜੇ, ਇਕੱਲਾ ਵਾਟਰ ਐਡ ਕਰਦਾ, ਤਾਂ ਇਹਦੀ ਸੈਲਿਨਿਟੀ ਕੀ ਹੋਊਗੀ, ਡਿਕਰੀਜ਼ ਹੋਊਗੀ, ਠੀਕ ਹੈ। ਕਿਉਂਕਿ ਸਾਲਟ ਤਾਂ ਉਨਾ ਹੀ ਹੈ, ਸਾਲਟ ਤਾਂ ਇੰਕਰੀਜ਼ ਹੋਇਆ ਨਹੀਂ। ਮੰਨ ਲਓ ਪਹਿਲਾਂ ਵਾਟਰ ਇੰਨਾ ਸੀ, ਸਾਲਟ ਇੰਨਾ ਸੀਗਾ, ਮੈंने ਹੋਰ W ਐਡ ਕਰਤਾ, ਤਾਂ ਸਾਲਟ ਤਾਂ ਉਨਾ ਹੀ ਹੈ, ਤਾਂ ਜੇ ਮਤਲਬ ਸਾਲਟ ਦੀ ਜਿਹੜੀ ਪ੍ਰਪੋਰਸ਼ਨ ਹੈ ਉਹ ਘੱਟ ਜੂਗੀ ਕੰਪੇਅਰ ਟੂ ਵਾਟਰ। ਜੇ ਇਹੀ ਚੀਜ਼ ਕਰਾਂ ਰਾਜੇ ਮੈਂ ਪਾਣੀ ਕੱਢ ਲਾਂ ਉਰੋਂ, ਠੀਕ ਹੈ, ਜਾਂ W ਕੱਢ ਲਾਂ ਉਰੋਂ, ਤਾਂ ਸਾਲਟ ਇੰਕਰੀਜ਼ ਹੋ ਜੂਗਾ। ਮਤਲਬ ਸਾਲਟ ਐਬਸੋਲੂਟ ਤਾਂ ਉਨਾ ਹੀ ਹੈ, ਬਟ ਕੰਪੇਅਰ ਟੂ ਵੀ ਅਗਰ ਮੈंने W ਕੱਢ ਲਿਆ, ਇਹ ਵੀ ਕੱਢ ਲਿਆ, ਇਹ ਵੀ ਕੱਢ ਲਿਆ, ਇਕੱਲਾ ਸਾਲਟ ਰਹਿ ਗਿਆ, ਠੀਕ ਹੈ। ਤਾਂ ਡੈਫੀਨੇਟਲੀ ਜਿਹੜੀ ਸਾਲਟ ਦੀ ਸੈਲਿਨਿਟੀ ਹੈ ਪਾਣੀ ਦੀ ਉਹ ਇੰਕਰੀਜ਼ ਹੋ ਜੂਗੀ, ਠੀਕ ਹੈ। ਇਹ ਚੀਜ਼ ਹੈ। ਅਗਰ ਤਾਂ ਕਹਿ ਰਹੇ ਨੇ ਇਵੈਪੋਰੇਸ਼ਨ, ਇਵੈਪੋਰੇਸ਼ਨ ਨਾਲ ਕੀ ਹੁੰਦਾ ਹੈ, ਜਿੰਨਾ ਇਵੈਪੋਰੇਸ਼ਨ ਦਾ ਮਤਲਬ ਕੀ ਹੈ ਵੀ ਪਾਣੀ ਕੱਢ ਲਿਆ, ਠੀਕ ਹੈ, ਪਾਣੀ ਉੱਡ ਗਿਆ ਉਰੋਂ, ਜਿੰਨਾ ਪਾਣੀ ਉੱਡ ਗਿਆ ਉਨੀ ਸੈਲਿਨਿਟੀ ਇੰਕਰੀਜ਼ ਹੋ ਰਹੀ ਹੈ, ਠੀਕ ਹੈ। ਤੇ ਪ੍ਰੈਸੀਪੀਟੇਸ਼ਨ ਨਾਲ ਕੀ ਹੋ ਰਿਹਾ ਬੱਚੇ, ਪਾਣੀ ਐਡ ਹੋ ਰਿਹਾ, ਯਾਨੀ ਕਿ ਮੀਂਹ ਪੈ ਰਿਹਾ ਹੈਗਾ, ਮੀਂਹ ਪੈਣ ਨਾਲ ਪਾਣੀ ਐਡ ਹੋ ਰਿਹਾ, ਤਾਂ ਉਹਦੇ ਨਾਲ ਸੈਲਿਨਿਟੀ ਡਿਕਰੀਜ਼ ਹੋਊਗੀ ਆਪਣੀ, ਠੀਕ ਹੈ। ਤਾਂ ਇਹ ਵੀ ਬਿਲਕੁਲ ਠੀਕ ਹੈ। ਹਾਇਰ ਰੇਟਸ ਆਫ ਸੈਲਿਨਿਟੀ ਆਰ ਫਾਊਂਡ ਐਟ ਮਾਊਥ ਆਫ ਬਿਗ ਰਿਵਰ। ਮਤਲਬ ਜਿਹੜੀਆਂ ਬੜੀਆਂ ਨਦੀਆਂ ਨੇ, ਜਿਵੇਂ ਸਾਡਾ ਇੰਡੀਆ ਹੈਗਾ, ਠੀਕ ਹੈ, ਇੱਥੇ ਜਿਹੜੀ ਗੰਗਾ ਨਦੀ ਇੱਥੇ ਬੰਗਲਾਦੇਸ਼ ਦੇ ਵਿੱਚ ਫਲੋ ਕਰ ਰਹੀ ਹੈ, ਬੇ ਆਫ ਬੰਗਾਲ ਦੇ ਵਿੱਚ ਫਲੋ ਕਰ ਰਹੀ ਹੈ। ਤਾਂ ਕਹਿ ਰਹੇ ਵੀ ਜਿਹੜੀਆਂ ਵੱਡੀਆਂ ਨਦੀਆਂ ਨੇ, ਗੰਗਾ ਵਰਗੀਆਂ, ਬ੍ਰਹਮਪੁੱਤਰਾ ਵਰਗੀਆਂ, ਉਹ ਜਦੋਂ ਸਮੁੰਦਰ ਦੇ ਵਿੱਚ ਗਿਰਦੀਆਂ ਨੇ ਉੱਥੇ ਜਿਹੜੀ ਸੈਲਿਨਿਟੀ ਆ ਉਹ ਹਾਈ ਹੁੰਦੀ ਹੈਗੀ, ਹਾਈ ਹੁੰਦੀ ਹੈ, ਇਹ ਕਹਿ ਰਿਹਾ। ਬਿਲਕੁਲ ਗਲਤ ਹੈ ਰਾਜੇ, ਕਿਉਂਕਿ ਇਹਦੇ ਨਾਲ ਕੀ ਹੋ ਰਿਹਾ, ਜਦੋਂ ਨਦੀ ਦਾ ਪਾਣੀ ਸਮੁੰਦਰ ਦੇ ਵਿੱਚ ਗਿਰ ਰਿਹਾ ਮਤਲਬ ਫਰੈਸ਼ ਵਾਟਰ ਐਡ ਹੋ ਰਿਹਾ ਹੈਗਾ, ਠੀਕ ਹੈ। ਜਦੋਂ ਵੀ ਫਰੈਸ਼ ਵਾਟਰ ਐਡ ਹੁੰਦਾ ਹੈ ਤਾਂ ਸੈਲਿਨਿਟੀ ਜਿਹੜੀ ਹੈ ਡਿਕਰੀਜ਼ ਹੁੰਦੀ ਹੈ। ਇਹ ਕੀ ਕਹਿ ਰਿਹਾ, ਇਹ ਕਹਿ ਰਿਹਾ ਇੰਕਰੀਜ਼ ਹੋ ਰਹੀ ਹੈ, ਤਾਂ ਬਿਲਕੁਲ ਗਲਤ ਹੈ। ਇੱਥੇ ਆਊਗਾ ਰਾਜੇ ਲੋਅਰ ਰੇਟਸ ਆਊਗਾ ਇੱਥੇ, ਕਿ ਲੋਅਰ ਰੇਟਸ ਆਫ ਸੈਲਿਨਿਟੀ ਆਰ ਫਾਊਂਡ ਐਟ ਮਾਊਥ ਆਫ ਬਿਗ ਰਿਵਰ। ਵੀ ਜਦੋਂ ਵੱਡੀਆਂ ਨਦੀਆਂ ਸਮੁੰਦਰ ਦੇ ਵਿੱਚ ਗਿਰਦੀਆਂ ਨੇ ਉੱਥੇ ਜਿਹੜਾ ਪਾਣੀ ਦੀ ਨਮਕੀਨਤਾ ਹੈਗੀ ਆ ਉਹ ਘਟੂਗੀ, ਨਾ ਕਿ ਵਧੂਗੀ, ਠੀਕ ਹੈ। ਤਾਂ ਆਨਸਰ ਆਪਣਾ C ਆਏਗਾ, ਜਿਹੜਾ ਕਿ ਇਨਕਰੈਕਟ ਹੈ। ਆਪਾਂ ਉਹਨੂੰ ਨੋਟ ਕਰੈਕਟ ਹੀ ਪੁੱਛਿਆ ਸੀਗਾ। ਅਗਲਾ ਦੇਖ ਲੈਂਦੇ ਹਾਂ। ਟਾਈਡਸ ਐਂਡ ਕਰੰਟਸ ਬ੍ਰਿੰਗ ਅਬਾਊਟ ਚੇਂਜਸ ਇਨ ਸੈਲਿਨਿਟੀ। ਬਿਲਕੁਲ ਠੀਕ ਹੈ ਜੀ,
ठीक है। तो टाइड करंट की होंगे ने बच्चे भी एक इलाके का पानी जो समुद्र का किसी होर इलाके के चला गया, ठीक है। अपन पता रहे टाइड्स की होंगे ने, हाई टाइड लो टाइड है ना, तो पानी इधर उधर लैके जा सकते हैं। ओबवियस जी गल है किसी इलाके के सैलिनिटी इंक्रीज ज़्यादा होगी, किसी घट होगी। हुण अगर यही पानी आप इधर उधर एक्सचेंज करता तो दोनों इलाकों की सैलिनिटी चेंज हो सकती है, ठीक है। तो बिल्कुल ठीक है जी, टाइड्स ते करंट्स ने जिहड़े वो सैलिनिटी दे विच चेंज लैके आ सकते हैं। ये भी पॉइंट बिल्कुल ठीक है। तो अपना आंसर सी आना है जिहड़ा कि इनकरैक्ट है, क्योंकि इत्थे लोअर आना चाहिए सीगा। चलो, तो ये जी कुछ ग्राफ है, कुछ एक इमेज हैगी है सैलिनिटी की, ठीक है, भी किहड़े इलाकों में सैलिनिटी ज़्यादा हैगी है। जिहड़े राजे ये बिल्कुल घट हैगी है, जिमें जिमें उपर जा रहे हैं आप सैलिनिटी इंक्रीज हो रही हैगी, ठीक है, ये चीज़ है। चलो, वेयर इज़ नंदा देवी पीक लोकेटेड? नंदा देवी पीक, नंदा देवी राजे माउंटेन पीक हैगी एक, नंदा देवी एक नैशनल पार्क भी है, एक माउंटेन पीक भी है। तो किहड़ी स्टेट के विच लोकेटेड है राजे, ये पूछे बेसिकली। तो इसदा आंसर आएगा राजे उत्तराखंड। उत्तराखंड के विच नंदा देवी जी पीक लोकेटेड हैगी, देख लेने आप। ये तो देखो माउंटेन पीक हैगी नंदा देवी। तो जिहड़ा आपां नैशनल पार्क की मैं गल करा राजे, लोकेशन ऑफ नंदा देवी, तो उहदे नाल ही एक वैली ऑफ फ्लावर नैशनल पार्क भी है राजे। दोनों ही इंपॉर्टेंट ने, नंदा देवी भी और जिहड़ा वैली ऑफ फ्लावर है, दोनों ही इंपॉर्टेंट ने, दोनों ही उत्तरांचल यानी कि उत्तराखंड के विच ने। बहुत बहुत इंपॉर्टेंट है जी नंदा देवी तो वैली ऑफ फ्लावर्स नैशनल पार्क, बहुत बहुत इंपॉर्टेंट ने, ठीक है। तो अगेन मैं कह रहा कि जो नैशनल पार्क्स वाले टाइगर रिजर्व वाले क्वेश्चन ने बहुत इंपॉर्टेंट ने, इन्होंने अच्छी तरह करना होंगे हमेशा, ठीक है। चलो, तो नैक्सट क्वेश्चन, द टर्म इकोटोन, इकोटोन स्टैंड्स फॉर, देख लेना राजे। वैसे तो फैक्चुअल क्वेश्चन अगर आंदा ठीक है, वरना नहीं आएगा, ठीक है। तो हम देख लेना की होंगे। अ ट्रांजिशनल बाउंड्री बिटवीन टू फ्लोरल कम्यूनिटीज़, देखने अगे। अ ट्रांजिशनल बाउंड्री बिटवीन टू वैटलैंड्स, देखने अगे। अ ट्रांजिशनल बाउंड्री बिटवीन टू इकोसिस्टम, बिल्कुल ठीक है जी। जी इकोटोन होंगी राजे, ये दो इकोसिस्टम, ठीक है, दो अगे देख रहे आप इमेज के नाल। तो दो इकोसिस्टम के विच जिहड़ी एक बाउंड्री होंगी है, भी मान लो ये समुद्र है राजे या ये लैंड हैगी है, ये लैंड सरफेस है, ठीक है। तो इत्थे समुद्र स्टार्ट हो गया अपना। तो जिहड़ी ये ट्रांजिशन स्टेज होगी भी जिथे थोड़ी जी लैंड होगी, थोड़ा जिहा पानी होगा, ये ट्रांजिशन स्टेज नूं आपां इकोटोन कह देने होंगे। अ ट्रांजिशनल बाउंड्री बिटवीन टू इकोसिस्टम, इधर लैंड इकोसिस्टम है, इधर वाटर इकोसिस्टम है या ओशन इकोसिस्टम है, ठीक है। तो टू इकोसिस्टम हो गए। टू वैटलैंड नहीं हो सकता, क्योंकि ये दोनों सेम इकोसिस्टम हो जाएंगे, भी इधर भी वैटलैंड इधर भी वैटलैंड, इन्हों की कोई ट्रांजिशन नहीं बनती हैगी एज सच। जो दो डिफरेंट इकोसिस्टम होए, डिफरेंट चीज़ां हुई, वो जिहड़ा की ट्रांजिशन एक जिहड़ा की मार्जन बनूगा, ओबवियस जी गल है। तो यही ट्रांजिशनल बाउंड्री को असीं इकोटोन कह दें, ठीक है। अगला की है ट्रांजिशनल बाउंड्री बिटवीन टू बायोस्फीयर, ये भी बिल्कुल गलत है, क्योंकि बायोस्फीयर रिजर्व भी दोनों सेम ही हो गए, ठीक है। तो दो अलग अलग इकोसिस्टम के जी बाउंड्री होंगी उन्होंने असीं इकोटोन कह दें होंगे। तो आंसर अपना सी आएगा। आप देख लेना की है ये, देखो रहा जिवें दस्सिया मैं तुहानूं, लैंड इकोसिस्टम है, इधर इक्वेटिक सिस्टम है, ठीक है। तो जी ट्रांजिशन हैगी जिथे कि अपना कछुए वगैरह डड्डू वगैरह रह सकते हैं, ठीक है। तो जी होर अपना वैजीटेशन भी हैगी है, जी पानी के भी अद्धी हैगी, अद्धी लैंड के भी। तो जी आह वाला पोर्शन है राजे, इनू आप इकोटोन कह दें। ओबवियस जी गल है, मार्ची होगा, थोड़ा जा दलदल वर्गा इलाका जा होगा, क्योंकि लैंड भी है, पानी भी है, तो दलदल वर्गी चीज़ होगी ये ट्रांजिशन सिस्टम के। सिर्फ लैंड और वाटर नहीं, अगर पानी तो डेजर्ट भी होंगे, मान लो एक पास डेजर्ट है, एक पास समुद्र स्टार्ट हो रहा है, ठीक है। तो ये भी जी ट्रांजिशन होगी, ये भी आप इकोटोन ही कहांगे आप। तो कोई भी दो डिफरेंट इकोसिस्टम्स ने, इकोसिस्टम 1 ते 2, इन्हों के विचाले जी ट्रांजिशन होएगी उन्होंने आप की है इकोटोन कहांगे आप हमेशा, ठीक है। और ये चीज़ ध्यान रखने राजे, इकोटोन के विच हमेशा जी प्रोडक्टिविटी हैगी है, हमेशा जी लाइफ है वो हमेशा ज़्यादा होगी, ठीक है। तुसीं देख पा रहे हो इन्ने जानवर पशु पंछी इधर नहीं है, ना ही इधर ने, जिन्हें इस रीजन के विच ने, ठीक है, जिन्हें इस रीजन के विच ने। तो ओबवियस जी गल है, क्योंकि ये दोनों ही गुण ने, पानी का गुण भी है और लैंड का गुण भी है, इस करके कोई भी जो इकोटोन है वो हमेशा ज़्यादा प्रोडक्टिव एरिया होंगे, ठीक है। ये भी ध्यान रखना अपने। चलो, आई थिंक लास्ट क्वेश्चन है राजे अज का इस सीरीज़ का, वाइट लंग कैंसर इज़ कॉज्ड बाय, वाइट लंगर कैंसर असल में एक जो ऑफिशियल नाम है राजे वो है एस्बेस्टोसिस, एस्बेस्टोसिस, ठीक है, ये नाम है। तो ओबवियसली नाम तो पता लग रहा है, ये एस्बेस्टस होंगी है, ठीक है। जो वाइट लंग कैंसर है वो एस्बेस्टस होंगे, और इस करके इनू एस्बेस्टोसिस भी कहा जाता है, ठीक है। तो राजे एक लंग की डिसीज़ हैगी है, ओबवियसली गल है, लंग नाम आ रहा है। एस्बेस्टस जो कि सीमेंट वगैरह या ब्रिक्स वगैरह के यूज़ कर सकते हैं आप, तो वो होंगे एक तरह का ये ऑक्यूपेशनल हैजर्ड है, ऑक्यूपेशनल, ठीक है।
यानी कि अगर तुसी इस इंडस्ट्री ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਬਿਮਾਰੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ, ਠੀਕ ਹੈ। ਤਾਂ ਕੁਝ ਆਪਣੇ ਓਕੂਪੇਸ਼ਨਲ ਡਿਜ਼ੀਜ਼ਸ ਹੁੰਦੇ ਨੇ, ਉਹਨਾਂ ਦੇ ਵਿੱਚੋਂ ਐਸਬੈਸਟੋਸਿਸ ਜਾਂ ਫਿਰ ਵਾਈਟ ਲੰਗ ਕੈਂਸਰ ਵੀ ਹੈਗਾ, ਠੀਕ ਹੈ ਜੀ। ਤਾਂ ਰਾਜੇ ਆਈ ਹੋਪ ਅੱਛੀ ਲੱਗੀ ਹੋਣੀ ਵੀਡੀਓ, ਤਾਂ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਕਰ ਦਿਓ, ਠੀਕ ਹੈ। ਤੇ ਬਾਕੀ ਨੈਕਸਟ ਆਪਣੇ ਜਿਹੜੇ ਕੁਝ ਦਿਨ ਹੋਣਗੇ ਆਪਾਂ ਹੀ ਪੀਟੈਟ ਵਾਲੀ ਜਿਹੜੀ ਸੀਰੀਜ਼ ਕਰਾਂਗੇ ਆਪਾਂ, ਜਿਹਦੇ ਵਿੱਚ ਪੀਟੈਟ ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਅਗੇਨ ਕਹਿ ਰਿਹਾ ਮੈਂ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਆਲਰੇਡੀ ਆ ਚੁੱਕੇ ਨੇ ਪੀਟੈਟ ਦੇ ਐਗਜ਼ਾਮ ਦੇ ਵਿੱਚ, ਠੀਕ ਹੈ। ਤਾਂ ਰਾਜੇ ਪੜ੍ਹਦੇ ਰਹੋ, ਠੀਕ ਹੈ। ਜ਼ਿਆਦਾ ਇਨਫੋਰਮੇਸ਼ਨ ਵਾਸਤੇ ਕੋਈ ਹੋਰ ਲੈਣੀ ਹੈ ਤੁਸੀਂ, ਕੋਈ ਬੈਚ ਬਾਰੇ ਆਫਲਾਈਨ ਆਨਲਾਈਨ ਸਾਰੇ ਬੈਚਿਸ ਚੱਲ ਰਹੇ ਨੇ ਰਾਜੇ, ਨਵੇਂ ਬੈਚਿਸ ਵੀ ਸਟਾਰਟ ਹੋਣ ਵਾਲੇ ਨੇ। ਤਾਂ ਅਗਰ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਇਸ ਨੰਬਰ 'ਤੇ ਹਮੇਸ਼ਾ ਕਾਲ ਕਰ ਸਕਦੇ ਹੋ, ਠੀਕ ਹੈ। ਚਲੋ ਬੱਚੇ, ਮਿਲਦੇ ਹਾਂ ਨੈਕਸਟ ਲੈਕਚਰ ਵਿੱਚ, ਟੇਕ ਕੇਅਰ।